बहरहाल जिस तरह तुसीं बेहतर समझदे हो, मैं तो यही आखांगा कि ਉਹਨੂੰ ਵੇਖਣਾ ਚਾਹੀਦਾ ਹੈ ਤੇ ਵਾਹ ਹਿਸਾਬ ਨਾਲ ਹੀ ਵਾਹ ਦੇ ਮੁਤਾਬਕ ਹੀ ਜਿਹੜੀ ਚਾਲ ਹੈ ਨਾ ਬਣਾਉਣੀ ਚਾਹੀਦੀ, ਜਿਹੜੀ ਅੱਜ ਕੱਲ ਦੁਨੀਆ ਦੀ ਮਾਤੇ ਉਤੇ ਆਈ ਹੈ। ਵਾਹ ਦੇ ਖਿਲਾਫ ਨਹੀਂ ਟੁਰਨਾ ਚਾਹੀਦਾ। ਨਹੀਂ, ਅਸੀਂ ਕਿਸੇ ਨੂੰ ਤੇ ਨਹੀਂ ਕਿਹਾ ਜਦੋਂ ਵਾਹ ਝੁੱਲ ਪਵੇ ਨਾ ਕਿ ਕੋਈ ਸਾਡੇ ਮੁਤਾਬਕ ਹੋਵੇ ਜਾਂ ਮੰਨੇ। ਜੋ ਨਹੀਂ ਮੰਨਦਾ ਬੇਸ਼ੱਕ ਨਾ ਮੰਨੇ, ਲੇਕਿਨ ਜੋ ਮਤਲਬ ਮੈਂ ਕਹਿੰਦਾ ਉਹਦੇ ਵਿੱਚ ਆ ਕੇ ਉਹਦੇ ਤੋਂ ਤਕਲੀਫ ਬੜੀ ਮਹਿਸੂਸ ਕਰਨਾ। ਪਹਿਲੇ ਉਹ ਅਲਾਮਾ ਸਾਹਿਬ ਰਹਿਮਤੁल्लाह अलैह ਦੇ ਉੱਤੇ ਵੀ ਮੈਨੂੰ ਇਹੋ ਜਿਹੀ ਆਪੋਜੀਸ਼ਨ ਮਿਲਦੀ ਹੈ। ਉਹ ਉਹਦੇ ਤੇ ਵੀ ਬਹੁਤ ਨਾਰਾਜ਼ ਹੁੰਦੇ ਨੇ, ਕਹਿੰਦੇ ਜੀ ਆਪਣਾ ਹਾਲਾਂਕਿ ਉਹਨਾਂ ਨੂੰ ਸਾਰੀ ਦੁਨੀਆ ਮੰਨਦੀ ਹੈ ਜੀ। ਹੁਸੈਨੀ ਸਾਹਿਬ ਤੁਸੀਂ ਹੌਸਲੇ ਪਤਾ ਕੀ ਕਿਹਾ ਕਰੋ ਜੀ, ਉਹ ਬੁਰਾਨਿਆ ਇਹ ਜਿਹੀਆਂ ਨਿਯਮਤਾਂ ਕਿੱਥੋਂ। ਬਿਲਕੁਲ ਬਿਲਕੁਲ ਠੀਕ ਹੈ। ਕੱਲ ਆਪਸ ਵਿੱਚ ਕੁਝ ਥੋੜਾ ਜਿਹਾ ਅਹਿਮਤੀ ਪਾਈ ਜੇ ਨਹੀਂ ਉਹ ਕੱਲ ਤੁਸੀਂ ਜਲਦੀ ਚਲੇ ਮੇਰੇ ਗਏ। ਬਾਅਦ ਕੀ ਹੋਇਆ ਦੱਸੋ, ਕੋਈ ਸਟੋਰੀ ਸੁਣਾਓ। ਅੱਜ ਸਵੇਰੇ ਦਾ ਟਿਕਟਾਕ ਹੋ ਨਹੀਂ ਜਿਹੜਾ ਤੁਸੀਂ ਗਏ ਨਾ ਉਸ ਵਕਤ ਕੁਝ ਮਜ਼ਮੂਨ ਚੱਲ ਰਿਹਾ ਆ ਤੇ ਉਹ ਲਾਮਾ ਅੱਲਾ ਜਾਣਾ ਤੇ ਹੁੰਦਾ ਹੀ ਹੈ ਬੰਦੇ ਨੇ। ਹੁਣ ਇਹ ਤੇ ਨਹੀਂ ਕਿ ਉਹ ਜਦੋਂ ਵੀ ਜਾਣਾ ਮੇਲਾ ਛੱਡ ਕੇ ਜਾਣਾ ਹੈ ਚਲਦੇ, ਬਾਕੀ ਤੇ ਰਵਾਂ ਤਵਾਂ ਰਹੇਗਾ। ਜਿਸ ਬੰਦੇ ਨੇ ਗੱਡੀ ਤੋਂ ਲੈ ਜਾਣਾ, ਜਿਹਦਾ ਸਟੇਸ਼ਨ ਆ ਗਿਆ ਉਹਨੇ ਲੈ ਹੀ ਜਾਣਾ, ਜਾਂ ਜਿਹੜੀ ਮੰਜ਼ਿਲ ਆ ਗਈ ਉੱਥੇ ਟੁਰ ਜਾਣਾ। ਤੇ ਉਹ ਇਹ ਖਿਆਲ ਕਰਦੇ ਨੇ ਉਸ ਜਾਣ ਨੂੰ ਕਿ ਜਨਾਬ ਬੰਦਾ ਨਸ ਗਿਆ, ਛੱਡ ਗਿਆ, ਸਾਹਮਣਾ ਨਹੀਂ ਕਰ ਸਕਿਆ। ਮੈਂ ਕਿਹਾ ਉਹ ਮਜ਼ਮੂਨ ਜਿਹੜਾ ਚੱਲ ਰਿਹਾ, ਮੈਂ ਕਿਹਾ ਉਹਨੂੰ ਬੇਸ਼ੱਕ ਚਲਾਓ, ਅਸੀਂ ਉਹਦੇ ਤੇ ਗੱਲ ਕਰ ਲੈਂਦੇ ਹਾਂ, ਕੋਈ ਐਸੀ ਗੱਲ ਨਹੀਂ। ਉਹ ਗੱਲ ਕਰ ਹੀ ਗਏ ਨੇ ਪੂਰੀ, ਮੈਨੂੰ ਹੁਣ ਯਾਦ ਨਹੀਂ ਰਿਹਾ ਕਿ ਇਹ ਮਜ਼ਮੂਨ ਹੈ। ਉਹ ਬਾਅਦ ਵਿੱਚ ਫਿਰ ਉਹ ਸਿੱਕਰ ਸਾਹਿਬ ਬੱਚਿਆਂ ਵਾਲੀਆਂ ਜਿਹੜੀਆਂ ਤਾਲੀਆਂ ਸ਼ਾਲੀਆਂ ਮਾਰ ਰਹੇ। ਅੱਜ ਮੈਂ ਵੀ ਸਵੇਰੇ ਜਿਸ ਟਾਈਮ ਆਇਆ ਨਾ ਤੇ ਹਰ ਬੰਦਾ ਕਹਿ ਰਿਹਾ ਰਾਤੀ ਹੁਸੈਨੀ ਸਾਹਿਬ ਦੀ ਬਰਾਤ ਦੇਖੀ, ਰਾਤੀ ਸਾਹਿਬ ਦੀ ਬਰਾਤ ਦੇਖੀ। ਮੈਂ ਕਿਹਾ ਹੋਇਆ ਕੀ ਇਹ ਅਸੀਂ ਜਾਣ ਲੋਕੀ ਇਹਨਾਂ ਦੀ ਰਿਕਾਰਡਿੰਗ ਹੁਣ ਪਤਾ ਨਹੀਂ ਕਿਤੇ ਕੋਲ ਹੋਏਗੀ। ਨਹੀਂ ਕੱਲ ਰੌਣਕ ਰਹੀ ਹੈ ਅਖੀਰ ਵਕਤ ਤੱਕ, ਸਿਲਸਿਲੇ ਚੱਲਦੇ ਰਹੇ ਨੇ। ਉਹ ਗੱਲ ਤੇ ਕੁਛ ਤੁਹਾਡਾ ਬਰਾਡ ਬੰਦ ਕਰਨ ਦਾ ਆਮ ਮਾਮੂਲ ਕੀ ਟਾਈਮ ਹੈ? ਮੈਂ ਮਗਰਬ ਦੀ ਨਮਾਜ਼ ਤੇ ਮੈਂ ਜਾਣਾ ਤੇ ਪਹਿਲੇ ਮਗਰਬ ਦੀ ਨਮਾਜ਼ 8:30 ਤੇ ਹੁਣ 8:10 ਤੇ ਆ ਗਈ ਹੈ ਤੇ ਤਕਰੀਬਨ ਮੈਂ ਉੱਥੇ ਪਹੁੰਚ ਕੇ ਫਿਰ ਬੰਦ ਕਰ ਦੇਣਾ ਮਸਜਿਦ। ਮਗਰ ਉਹ ਤੋਂ ਬਾਅਦ ਨਹੀਂ ਤੁਸੀਂ ਚਲਾਉਂਦੇ? ਨਹੀਂ, ਮਗਰਬ ਦੀ ਨਮਾਜ਼ ਤੇ ਮੈਂ ਬੰਦ ਕਰ। ਅੱਛਾ ਅੱਛਾ, ਪਤਾ ਨਹੀਂ ਕੱਲ ਦੋ ਮੌਜੂਆਤ ਸਨ। ਇੱਕ ਤੇ ਬਾਜਵਾ ਸਾਹਿਬ ਨਾਲ ਗੱਲ ਹੁੰਦੀ ਰਹੀ ਸੀ, ਬਾਜਵਾ ਸਾਹਿਬ ਨਾਲ ਜਮਾਤੇ ਅਹਿਮਦੀਆ ਦੇ ਹਕੂਮਤ ਹਾਸਲ ਕਰਨ ਦੇ ਬਾਰੇ, ਤੇ ਇੱਕ ਸੀ ਉਹ ਤਜ਼ੀਰੁਨ ਨਾਸ ਦੀ ਇਬਾਰਤ ਨੂੰ ਲੈ ਕੇ। ਬਿਲਕੁਲ ਇਹ ਦੋ ਗੱਲਾਂ ਹੁੰਦੀਆਂ ਰਹੀਆਂ। ਉਹ ਹੁਣ ਯਾਦ ਆ ਗਈ ਗੱਲ। ਉਹ ਆ ਬਫਰਦੇ ਮਾਲ ਦੀ ਗੱਲ। ਤੁਸੀਂ ਬਫਰਦੇ ਮਾਲ ਦਾ ਪੇਸ਼ ਕੀਤਾ ਹੈ ਕਿ ਜਿਹੜੀ ਚੀਜ਼ ਮਾਲ ਹੋਵੇ ਨਾਮੁਮਕਿਨ ਹੋਵੇ, ਨਾਮੁਮਕਿਨ ਹੀ ਹੁੰਦੀ ਹੈ। ਉਹ ਐਵੇਂ ਜਦੋਂ ਆਦਮੀ ਕੋਈ ਐਸੀ ਗੱਲ ਕਹਿੰਦਾ ਤੇ ਉਹ ਕਹਿੰਦਾ ਯਾਰ ਚਲੋ ਬਫਰਦੇ ਮਾਲ, ਐਸਾ ਫਰਜ਼ ਕਰਨਾ ਆਪਣੀ ਜ਼ਾਤ ਵਿੱਚ ਵੀ ਹੁੰਦਾ ਹੈ ਕਿ ਜਿਹੜੀ ਚੀਜ਼ ਨਹੀਂ ਹੈ ਅਸੀਂ ਉਹਨੂੰ ਐਵੇਂ ਹੀ ਫਰਜ਼ ਕਰ ਲਿਆ। ਇਹ ਫਰਜ਼ ਦੇ ਇੱਕ ਮਾਨੇ ਹਿਸਾਬ ਵਿੱਚ ਇਸ ਤਰ੍ਹਾਂ ਇੱਕ ਤੇ ਫਰਜ਼ ਹੁੰਦਾ ਨਾ ਜਿਹੜੇ ਫਰਜ਼ ਹੋਏ ਨੇ ਜ਼ਰੂਰੀ ਗੱਲਾਂ, ਤੇ ਇਹ ਉਹਦੀ ਜ਼ਿੱਦ ਦੇ ਤੌਰ ਤੇ ਹਿਸਾਬ ਵਿੱਚ ਇਹ ਗੱਲ ਹੁੰਦੀ ਹੈ ਕਿ ਚੀਜ਼ ਹੈ ਨਹੀਂ ਲੇਕਿਨ ਅਸੀਂ ਉਹਨੂੰ ਫਰਜ਼ ਕਰ ਲੈਂਦੇ ਹਾਂ। ਉਹਦੇ ਤੇ ਵੀ ਫਰਦਰ ਇਹ ਲਫ਼ਜ਼ ਲਗਾਇਆ ਬਫਰਜ਼ ਮਹਾਲ, ਕਿ ਇਹ ਫਰਜ਼ ਵੀ ਕੋਈ ਨਹੀਂ ਹੈ ਤੇ ਅਸਲ ਵਿੱਚ ਮੁਮਕਿਨ ਹੀ ਨਹੀਂ ਹੈ ਗੱਲ, ਤੇ ਚਲੋ ਮੰਨ ਲੈਂਦੇ ਹਾਂ। ਤੋ ਇਸ ਕਿਸਮ ਦੇ ਹੀ ਮਜ਼ਮੂਨ ਨੂੰ ਉਹਨਾਂ ਨੇ ਬਿਆਨ ਕੀਤਾ ਹੈ ਜਿਹੜਾ ਮੌਲਾਨਾ ਕਾਸਿਮ ਨਨੌਤਵੀ ਨੇ, ਕਿ
ਫਰਜ਼ ਮਾਲ ਦੇ ਤੌਰ ਤੇ ਅਗਰ ਐਸਾ ਹੋਵੇ ਤੇ ਮੈਂ ਕਿਹਾ ਉਹਦੇ ਤੇ ਗੱਲ ਵਾਦੇ ਹੈ ਜੋ ਉਹਨਾਂ ਨੇ ਕਿਹਾ। ਉਹਨਾਂ ਉਹਦੇ ਤੋਂ ਇਹ ਤੇ ਨਹੀਂ ਕਿਹਾ ਵੀ ਜ਼ਰੂਰ, ਅਗਰ ਇਹਦਾ ਮਤਲਬ ਇਹ ਹੋਵੇ ਕਿ ਜ਼ਰੂਰ ਇਸ ਤਰ੍ਹਾਂ ਹੋਏਗਾ, ਫਰਜ਼ ਮਾਲ ਦਾ ਮਤਲਬ ਹੈ, ਤੇ ਫਿਰ ਜਿਹੜੀਆਂ ਬਾਕੀ ਆਯਾਤ ਨੇ ਜਿਨ੍ਹਾਂ ਦੇ ਵਿੱਚ ਇਹ ਕਿਹਾ ਇਹਦੇ 'ਚ ਅਗਰ ਐਸਾ ਹੋਵੇ ਦਾ ਮਜ਼ਮੂਨ ਹੈ, ਤੇ ਉਹ ਤਾਂ ਫਿਰ ਉਹਦਾ ਮਤਲਬ ਹੈ ਅਗਰ ਐਸਾ ਹੋਵੇ ਤਾਂ ਮਤਲਬ ਜ਼ਰੂਰ ਹੋਏਗਾ। ਇਹ ਮਾਨੇ ਬਣਨਗੇ ਜਿਹੜੇ ਕਿ ਬਹੁਤ ਹੀ ਨਾਵਾਜਬ ਨੇ, ਮੁਨਾਸਬ ਨਹੀਂ ਬਣਦੇ ਉਹ ਮਾਨੇ। ਜ਼ਰੂਰੀ ਤੋਂ ਇਲਾਵਾ ਅਗਰ ਹੋ ਸਕਦਾ ਹੈ ਦਾ ਵੀ ਉਹਦੇ ਚੋਂ ਮਾਇਨਾ ਕੱਢੀਏ ਨਾ, ਤੇ ਉਹ ਵੀ ਉਹਦੇ ਨਾਲ ਜ਼ਿਆਦਤੀ ਜ਼ੁਲਮ ਹੈ ਜਿਹਨੇ ਗੱਲ ਕੀਤੀ ਹੈ। ਕੁਰਾਨ ਚ ਆਉਂਦਾ ਹੈ कि अगर रहमान का बेटा होता तो मैं अव्वलुल आबिदीन होता उसका, मैं पहले सबसे उसका इबादत करने वाला था। अगर रहमान का बेटा कोई होता, अगर क्या इस गल की पॉसिबिलिटी है कि रहमान का कोई बेटा हो सकता ना? ਇਹੋ ਹੀ ਹੈ ਨਾ, ਇਹਨੂੰ ਹੀ ਫਰਜ਼ ਮਾਲ ਕਹਿੰਦੇ ਕਿ ਐਸੀ ਗੱਲ ਨੂੰ ਫਰਜ਼ ਕਰਕੇ ਕਿਹਾ ਹੈ ਜਿਹੜੀ ਹੈ ਨਾਮੁਮਕਿਨ ਔਰ ਮਹਾਲ ਹੈ, ਉਹਦੀ ਇਮਕਾਨ ਹੈ ਹੀ ਨਹੀਂ। ਬਿਲਕੁਲ ਉਹਦੀ ਇਹ ਮਿਸਾਲ ਹੈ। ਬਿਲਕੁਲ ਤੇ ਇਹੋ ਜਿਹੀਆਂ ਬੜੀਆਂ ਮਿਸਾਲਾਂ ਕੁਰਾਨ 'ਚ ਵੀ ਨੇ ਔਰ ਹਰ ਬੰਦੇ ਦੇ ਕਲਾਮ 'ਚ ਵੀ ਹੁੰਦੀਆਂ ਨੇ, ਖੁਦ ਮਿਰਜ਼ਾ ਸਾਹਿਬ ਦੇ ਕਲਾਮ 'ਚ ਵੀ ਮੌਜੂਦ ਨੇ। ਉਹ ਸਾਡੇ ਇੱਕ ਮੈਂ ਮਿਸਾਲ ਹੈ ਨੇ ਨਾ ਬਾਜਵਾ ਸਾਹਿਬ, ਉਹਨਾਂ ਨੇ ਗੱਲ ਕੀਤੀ ਤੇ ਹੋਰ ਵੀ ਅਹਿਮਦੀ ਅਹਿਬਾਬ ਬੈਠੇ, ਤੇ ਫਿਰ ਉਹਨਾਂ ਨੇ ਤੈਅ ਇਹ ਪਾਇਆ ਵੀ ਪਹਿਲੇ ਇੱਕ ਸਮਝਾਏਗਾ, ਫਿਰ ਦੂਸਰਾ, ਫਿਰ ਤੀਸਰਾ, ਫਿਰ ਚੌਥਾ, ਤੇ ਫਿਰ ਅਖੀਰ ਤੇ ਵਾਰੀ ਆਏਗੀ ਯੂਸਫੀ ਸਾਹਿਬ ਜਾਂ ਕੋਈ ਹੋਰ ਪਤਾ ਨਹੀਂ ਕਿਹੜੇ ਦੋਸਤ ਬੈਠੇ, ਤੇ ਮੈਂ ਉਹਨਾਂ ਦੇ ਇੰਤਜ਼ਾਰ ਵਿੱਚ ਆ। ਤੇ ਉਹ ਜਦੋਂ ਉਹਨਾਂ ਗੱਲ ਕੀਤੀ ਤੇ ਫਿਰ ਹੋਰ ਕੋਈ ਨਾ ਬੋਲਿਆ, ਤੇ ਉਹ ਕਹਿਣ ਲੱਗੇ ਚਲੋ ਮੈਂ ਹੀ ਫਿਰ ਦੁਬਾਰਾ ਬੋਲਣਾ। ਤੇ ਉਹਨਾਂ ਦੁਬਾਰਾ ਮਾਈਕ ਲੈ ਲਿਆ ਤੇ ਉਹਨਾਂ ਨੇ ਪਹਿਲੇ ਉਮਰ ਮੁਮੀਨੀਨ ਹਜ਼ਰਤ ਆਇਸ਼ਾ ਦਾ ਕੌਲ ਪੇਸ਼ ਕੀਤਾ, ਫਿਰ ਉਹਨਾਂ ਇਬਨ ਅਰਬੀ ਪੇਸ਼ ਕੀਤੇ, ਫਿਰ ਉਹਨਾਂ ਮੌਲਾਨਾ ਰੂਮ ਪੇਸ਼ ਕੀਤੇ, ਫਿਰ ਉਹਨਾਂ ਨੇ ਹਜ਼ਰਤ ਸ਼ਾਰਾਨੀ ਪੇਸ਼ ਕੀਤੇ, ਫਿਰ ਅਬਦੁਲ ਕਰੀਮ ਜਿਲਾਨੀ ਪੇਸ਼ ਕੀਤੇ, ਫਿਰ ਵਲੀ ਅੱਲਾ ਮੁਹੱਦਿਸ ਦੇਲਵੀ ਪੇਸ਼ ਕੀਤੇ, ਫਿਰ ਮੁਜੱਦਦ ਅਲ-ਅਫਸਾਨੀ ਪੇਸ਼ ਕੀਤੇ, ਫਿਰ ਨਵਾਬ ਸਦੀਕ ਹਸਨ ਖਾਨ, ਫਿਰ ਅਬਦੁਲ ਲਖਨਵੀ, ਫਿਰ ਮੌਜ਼ੂਆਤ ਕਬੀਰ ਦੇ ਵਿੱਚੋਂ ਹਦੀਸ ਪੇਸ਼ ਕੀਤੀ, ਫਿਰ ਕੁਰਾਨ ਸ਼ਰੀਫ ਤੋਂ ਦਰੂਦ ਸ਼ਰੀਫ ਵਿੱਚੋਂ ਨਬੂਤ ਜਾਰੀ ਕੀਤੀ, ਫਿਰ ਵਾਇਦਾ ਸਾਲਾ ਕਾ ਇਬਾਦੀ ਅੰਨੀ ਫੈਨੀ ਕਰੀਬ ਤੋਂ ਸਾਬਤ ਕੀਤਾ, ਫਿਰ ਇਹਦੇ ਸਿਰਾਤ ਮੁਸਤਕੀਮ ਤੋਂ ਸਾਬਤ ਕੀਤਾ, ਫਿਰ ਮੈਂ ਯੁਤਿਲਾ ਤੋਂ ਸਾਬਤ ਕੀਤਾ, ਤੇ ਫਿਰ ਇਨ ਅੱਲਾਜ਼ੀਨਾ ਕਾਲੂ ਰੱਬੁਨਾ ਅੱਲਾਹ। ਤੇ ਮੈਂ ਉਹਨਾਂ ਦੀ ਖਿਦਮਤ ਦਰਮਿਆਨ ਨਹੀਂ, ਤੇ ਮੈਂ ਉਹਨਾਂ ਨੂੰ ਟੋਕ ਨਹੀਂ ਆ ਸਕਦਾ ਕਿਉਂਕਿ ਉਹ ਫਿਰ ਕਹਿੰਦੇ ਨੇ ਕਿ ਤੁਸੀਂ ਦਰਮਿਆਨ 'ਚ ਬੋਲਦੇ ਹੋ। ਰਾਣਾ ਸਾਹਿਬ ਵੀ ਇਹ ਕਹਿੰਦੇ ਨੇ। ਜਿਹੜੇ ਉਹ ਅੱਲਾ ਨੇ ਫਜ਼ਲ ਕੀਤਾ ਕਿ ਅਖੀਰ ਤੇ ਫਿਰ ਇੱਥੇ ਜਾ ਕੇ ਉਹ 45 ਮਿੰਟ 'ਚ ਰੁਕੇ, ਤੇ ਮੈਂ ਫਿਰ ਉਹਨਾਂ ਨੂੰ ਕਿਹਾ, ਮੈਂ ਕਿਹਾ ਗੱਲ ਇਹ ਹੈ ਕਿ ਇੱਕ ਹੀ ਦਲੀਲ ਔਰ ਇੱਕ ਹੀ ਹਵਾਲਾ ਕਾਫੀ ਹੁੰਦਾ ਹੈ, ਔਰ ਸਬਕ ਵੀ ਇੰਝ ਹੀ ਦਿੱਤੇ ਜਾਂਦੇ ਨੇ। ਕੋਈ ਜੂਗਰਾਫੀ ਦੀ ਕਿਤਾਬ ਜਾਂ ਫਿਜ਼ਿਕਸ ਦੀ ਕਿਤਾਬ ਟੀਚਰ ਕੋਲ ਹੋਵੇ ਤੇ ਉਹ ਕਹੇ ਜਨਾਬ ਇਹ ਕਿਤਾਬ ਮੁਕੰਮਲ ਹੈ, ਤੇ ਮੈਂ ਸਾਰੀ ਅੱਜ ਤੁਹਾਨੂੰ ਪੜ੍ਹਾ ਦੇਣੀ ਹੈ, ਤੇ ਸ਼ਾਮੀ ਬੱਚੇ ਸਾਰੇ ਇਸ਼ਾ ਤੱਕ ਹਸਪਤਾਲ ਹੋਣਗੇ। ਉਹ ਪੁੱਛਣ ਜੀ ਕੀ ਹੋਇਆ, ਕਹਿਣ ਜੀ ਅੱਜ ਉਹਨਾਂ ਸਾਰੀ ਫਿਜ਼ਿਕਸ ਪੜ੍ਹਾਈ ਹੈ, ਸਾਨੂੰ ਸਾਰੀ ਕਿਤਾਬ ਸਾਡੇ ਤੇ ਮੁਕਾਈ ਹੈ। ਤੇ ਇਹਨਾਂ ਦਲੀਲਾਂ ਦਾ ਵਾਰੀ ਦੇਣਾ ਤੇ ਠੀਕ ਹੈ, ਅਵਲ ਤੇ ਇੱਕ ਦਲੀਲ ਤੁਸੀਂ ਦਿਓ, ਦੇਖੋ ਅਗਲਾ ਦੂਸਰਾ ਆਦਮੀ ਉਹਨੂੰ ਮੰਨਦਾ ਹੈ ਜਾਂ ਉਸ ਦਲੀਲ ਨੂੰ ਤੋੜਦਾ ਹੈ। ਜੇ ਜਾਏ ਕਿ ਤੁਸੀਂ ਉਹਨੂੰ ਛੱਡ ਕੇ ਤੇ ਬੇਸ਼ੁਮਾਰ ਦਲੀਲਾਂ ਤੇ ਦਲੀਲਾਂ ਦਿੰਦੇ ਚਲੇ ਜਾਓ, ਔਰ ਦੂਸਰੇ ਦੀ ਉਹਨੂੰ ਮੌਕਾ ਹੀ ਨਾ ਦਿਓ ਕਿ ਉਹਨੂੰ ਕੋਈ ਸਮਝ ਵੀ ਆਈ ਹੈ ਕਿ ਨਹੀਂ ਆਈ। ਤੋ ਉਹਦੇ ਤੇ ਫਿਰ ਰਾਣਾ ਸਾਹਿਬ ਕਹਿਣ ਲੱਗੇ ਮੈਂ ਸਮਝਾਨਾ, ਲੇਕਿਨ ਇਹ ਹੈ ਕਿ ਤੁਸੀਂ ਮੈਨੂੰ ਥੱਲੇ ਨਹੀਂ ਲਾਣਾ ਤੇ ਟੋਕਣਾ ਨਹੀਂ। ਤੇ ਜਿਸ ਵਕਤ ਉਹ ਗੱਲ ਕਰ ਬੈਠੇ ਕੋਈ, ਤੇ ਮੈਂ ਕਿਹਾ ਵੀ ਦੱਸੋ ਮੈਂ ਤੁਹਾਨੂੰ ਟੋਕਿਆ ਤੇ ਨਹੀਂ? ਉਹ ਦੁਬਾਰਾ ਸ਼ੁਰੂ ਹੋ ਗਏ। ਮੈਂ ਕਿਹਾ ਚਲੋ ਫਿਰ ਤੁਹਾਡੀ ਹੁਣ ਗੱਲ ਸੁਣ ਲੈਂਦੇ ਹਾਂ ਜਿੱਥੇ ਖਤਮ ਹੋਏਗੀ। ਫਿਰ ਖਤਮ ਹੋਈ ਤੇ ਮੈਂ ਕਿਹਾ ਦੱਸੋ ਤੁਹਾਨੂੰ ਟੋਕਿਆ ਤੇ ਨਹੀਂ? ਕਹਿੰਦੇ ਨਹੀਂ ਇਸ ਤਰ੍ਹਾਂ ਕਿਉਂ ਪੁੱਛਦੇ ਹੋ? ਮੈਂ ਕਿ ਇਸ ਵਾਸਤੇ ਤਾਂ ਕਿ ਮੈਂ ਸਮਝ ਲਾਂ ਮੈਂ ਤੁਹਾਨੂੰ ਟੋਕਿਆ ਨਹੀਂ, ਤੇ ਥੱਲੇ ਵੀ ਨਹੀਂ ਲਾਇਆ।
ਤੋ ਇਹ ਮਸਾਇਲ ਜਿਹੜੇ ਨੇ ਅਖਲਾਕੀ ਕਿਸਮ ਦੇ ਵੀ ਤੁਸੀਂ ਥੱਲੇ ਲਾ ਦਿੰਦੇ ਹੋ ਤੇ ਟੋਕ ਦਿੰਦੇ ਹੋ। ਇਸ ਬਹਿਸ ਵਿੱਚ ਮੈਂ ਨਿਕਲਣਾ ਮੁਸ਼ਕਿਲ ਹੋ ਜਾਂਦਾ। ਹਾਲਾਂਕਿ ਥੱਲੇ ਲਾਣਾ ਔਰ ਕਿਧਰੇ ਦਰਮਿਆਨ ਵਿੱਚ ਪੁੱਛਣਾ ਹੀ ਜਾਇਜ਼ ਦੀ ਗੱਲਾਂ ਨੇ, ਹੁੰਦੀਆਂ ਨੇ ਵਿੱਚ ਹੀ, ਇਹਦੇ 'ਚ ਕੀ ਹਰਜ ਹੈ। ਮਾਸ਼ਾਅੱਲਾ, ਕੋਈ ਹਰਜ ਨਹੀਂ। ਜਿਹੜੀ ਤੁਸੀਂ ਗੱਲ ਕੀਤੀ ਹੈ ਆਪਣੀ ਜਗ੍ਹਾ ਤੇ ਬਿਲਕੁਲ ਠੀਕ ਹੈ। ਤੇ ਇਹ ਵੈਸੇ ਅੱਜ ਕੁਦਰਤੀ ਜਿਹੜਾ ਮੈਂ ਟਿਕਟਾਕ ਵੇਖਦਾ ਪਿਆ ਸੀ ਜੀ ਉਹਦੇ ਤੇ ਹਜ਼ਰਤ ਖਲੀਫਤੁਲ ਮਸੀਹ ਰਾਬੇ ਰਹਿਮੁल्लाह ਦਾ ਉਹ 10 ਜੂਨ ਹੈ ਗਾਲਬਨ 1988 ਵਾਲਾ ਖੁਤਬਾ, ਜੀ ਉਹਦੇ 'ਚ ਉਹਨਾਂ ਨੇ ਸਾਰੀਆਂ ਵਜ਼ਾਹਤਾਂ ਪੇਸ਼ ਕੀਤੀਆਂ ਨੇ ਵੀ ਜਿਹੜੇ ਪਾਕਿਸਤਾਨ ਦੇ ਨਾਨ ਅਹਿਮਦੀਜ਼ ਨੇ ਉਹ ਸਾਡੇ ਤੇ ਇਹ ਅਕਾਇਦ ਥੱਪਦੇ ਨੇ। ਜਾ ਮਤਲਬ ਇਹ ਮੇਰੀ ਜ਼ੁਬਾਨ ਹੈ, ਉਹਨਾਂ ਦੀ ਤੇ ਸਨਦ ਨਹੀਂ ਹੈਗੀ ਵੀ ਉਹ ਸਾਡੇ ਲਈ ਇਹ ਮਨਸੂਬ ਕਰਦੇ ਨੇ ਜਾਂ ਇਹ ਸਮਝਦੇ ਨੇ ਕਿ ਤੁਹਾਡੇ ਇਹ ਅਕਾਇਦ ਨੇ। ਹਾਲਾਂਕਿ ਸਾਡੇ ਇਹ ਅਕਾਇਦ ਨਹੀਂ ਹੈਗੇ ਜਿਹੜੇ ਉਹ ਸਾਰੇ ਸਮਝਦੇ ਨੇ। ਇਹ ਮਿਰਜ਼ਾ ਸਾਹਿਬ ਖੁਦ ਖੁਦਾ ਨੇ, ਉਹ ਮਿਰਜ਼ਾ ਸਾਹਿਬ ਖੁਦਾ ਦੇ ਬੇਟੇ। ਸਾਰੀ ਉਹ ਡਿਟੇਲ ਜਿਹਨੂੰ ਵੀ ਚਾਹੀਦੀ ਹੈ ਉੱਥੋਂ ਦੇਖ ਸਕਦਾ ਦੁਬਾਰਾ। ਤੇ ਅਸੀਂ ਉਸ ਤਰ੍ਹਾਂ ਉਹਨਾਂ ਨੂੰ ਨਬੀ ਨਹੀਂ ਮੰਨਦੇ ਜਿਨ੍ਹਾਂ ਨੇ ਨਊਜ਼ ਬਿੱਲਾ ਹਜ਼ੂਰ ਅਲੈਹਿਸਲਾਮ ਦੀ ਨਬੂਵਤ ਨੂੰ ਕੈਂਸਲ ਕੀਤਾ ਹੋਏ ਜਾਂ ਉਹਨੂੰ ਨਹੀਂ। ਉਹਦੇ 'ਚ ਨਬੀ ਨਾ ਮੰਨਣ ਦੀ ਗੱਲ ਨਹੀਂ ਹੈ। ਉਹਦੇ 'ਚ ਇਹ ਵੀ ਹੈ, ਇਹ ਵੀ ਹੈ, ਇਹ ਹਜ਼ੂਰ ਇਹ ਵੀ ਹੈ। ਹੋਏਗੀ ਇੱਕ ਸੈਕਸ਼ਨ ਇੱਕ ਸ਼ਰਤ ਦੇ ਤੌਰ ਤੇ, ਲੇਕਿਨ ਉਹਦੇ 'ਚ ਜੁਮਲਾ ਇਤਰਾਜ਼ਾਤ ਜਿਹੜੇ ਨੇ ਮਿਰਜ਼ਾ ਸਾਹਿਬ ਤੇ ਜਾਂ ਜਮਾਤ ਤੇ, ਉਹਨਾਂ ਸਾਰਿਆਂ ਨੂੰ ਉਹਨਾਂ ਨੇ ਜੱਟ ਡਾਊਨ ਕੀਤਾ ਹੈ। ਹਾਂਜੀ, ਇਹ ਇਲਜ਼ਾਮ ਨੇ ਸਭ ਦਿੱਤੇ। हजरत मिर्जा साहब का भी ऐसा कोई दावा नहीं कि जिदे च उन्होंने ये क्या हो कि मैं माज़ल्ला जड़ा हजूर अलैहिस्सलाम तो ऊपर हाँ या मैं खुदा हाँ तो मैनू सजदा। अज तक किसी नमाज मिर्जा अकबर नहीं कहा, अल्लाह अकबर ही कहा, ये या गुलाम अहमद अकबर भी नहीं कहा या अहमद अकबर, कुछ भी नहीं सारा। और दुरूद शरीफ भी जड़ा अल्लाहुम्मा सल्ली अला मुहम्मद ही नहीं पढ़िया, उस तो इलावा तो कुछ नहीं पढ़िया। मतलब वो साफ सुथरी गल है कि किसी भी मनसब से उन्होंने एक अदना जहा भी जड़ा ना दखल अंदाजी नहीं की। और एक गलती का इजाला च जिन्ना मैनू याद है दोबारा ਉਹਦੇ ਚ ਉਹਨਾਂ ਨੇ ਹੀ ਲਿਖਿਆ ਕਿ ਕਸਰਤ ਮੁਕਾਲਮਾ ਮੁਖਾਤਬਾ ਜਿਹੜਾ ਇਹਨੂੰ ਤੁਸੀਂ ਨਬੀ ਨਹੀਂ ਕਹੋਗੇ ਤੇ ਕੀ ਕਹੋਗੇ। नहीं ये नहीं किया उन्होंने, इन्हों तुसी नहीं कहोगे। उन्होंने कहा कि इसका नाम मैं नबूवत रखता हूँ। उन्होंने खुद मतलब अपनी तरफ इकरार दिया। हाँ जी, लेकिन उन्होंने जो ये फरमा दिता है कि मैं हजूर अलैहिस्सलाम दी खत्मे नबूवत दा कायल हाँ, तो फिर ये जड़ा किसी का कौल हुंदा है या इकरार हुंदा ਉਹਦੇ ਤੇ ਸਾਨੂੰ ਯਕੀਨ ਕਰਨਾ ਚਾਹੀਦਾ। ਮਾਮਲਾ ਅੱਲਾ ਤੇ ਛੋੜ ਦੇਣਾ ਚਾਹੀਦਾ। ਫਿਰ ਦਿਲਾਂ ਦਾ ਹਾਲ ਅੱਲਾ ਜਾਣਦਾ। ਮੈਂ ਕਿਹਾ ਜੇ ਇਜਾਜ਼ਤ ਦਿਓ ਤੇ ਮੈਂ ਇੱਕ ਗੱਲ ਮਤ ਅਗਾ ਨਾ ਟੁਰ ਜੇ ਗੱਲ। ਜੀ ਜੀ ਮੈਂ ਜਨਾਬ ਮਿਊਟ ਕਰਨਾ, ਹੁਣ ਤੁਸੀਂ ਰਹਿ ਨਹੀਂ ਸਕਦੇ ਵੇ। ਨਹੀਂ ਤੁਸੀਂ ਗੱਲ ਮੁਕੰਮਲ ਕਰ ਲਓ। ਸਿਰਫ ਮੈਂ ਤਾਂ ਡਰਿਆ ਵੀ ਗੱਲ ਦੂਜੀ ਸ਼ੁਰੂ ਹੋ ਜਾਣੀ ਹੈ, ਤਾਂ ਮੈਂ ਕਿਹਾ ਤੁਸੀਂ ਮੁਕੰਮਲ ਕਰ ਲਓ ਤੇ ਇੱਥੇ ਹੀ ਰਵਿਓ। ਮੈਂ ਇੱਕ ਗੱਲ ਕਰਨੀ, ਤੁਸੀਂ ਮੁਕੰਮਲ ਕਰ ਲਓ। ਭਾਈ ਜਨਾਬ ਮੁਕੰਮਲ ਹੋ ਗਈ ਕਰ ਲਈ ਤੇ ਠੀਕ ਹੈ ਜੀ। ਜਿਹੜੀ ਗੱਲ ਤੁਸੀਂ 10 ਜੂਨ 1988 ਦੇ ਹਵਾਲੇ ਨਾਲ ਕੀਤੀ ਹੈ ਬਈ, ਉਹ ਮੈਂ ਵੀ ਸੁਣਿਆ ਬੜੀ ਵਾਰੀ ਖੁਤਬਾ ਉਹਨਾਂ ਦਾ, ਮੈਨੂੰ ਤਕਰੀਬਨ ਯਾਦ ਹੀ ਨਹੀਂ ਅਲਫਾਜ਼ ਉਹਨਾਂ ਦੇ। ਉਹਦੇ ਵਿੱਚ ਜਿਹੜੀਆਂ ਉਹਨਾਂ ਨੇ ਗੱਲਾਂ ਦੱਸੀਆਂ ਨੇ ਕਿ ਮੁਸਲਮਾਨ ਸਾਡੇ ਤੇ ਇਹ ਇਲਜ਼ਾਮ ਲਾਉਂਦੇ ਨੇ ਕਿ ਅਸੀਂ ਮਿਰਜ਼ਾ ਸਾਹਿਬ ਨੂੰ ਖੁਦਾ ਮੰਨਦੇ ਹਾਂ, ਖੁਦਾ ਦਾ ਬੇਟਾ ਮੰਨਦੇ ਹਾਂ, ਨਬੀ ਮੰਨਦੇ ਹਾਂ, ਰਸੂਲ ਮੰਨਦੇ ਹਾਂ, ਫਲਾਂ ਸਾਡੇ ਅਕਾਇਦ ਨੇ। ਉਹਨਾਂ 'ਚ ਕੋਈ ਗੱਲਾਂ ਐਸੀਆਂ ਨੇ ਜਿਹੜੀਆਂ ਦਾ ਉਹਨਾਂ ਨੇ ਉੱਥੇ ਮੌਕੇ ਤੇ ਇਨਕਾਰ ਕੀਤਾ ਔਰ ਆਖਿਆ ਲਾਨਤ ਅੱਲਾਹ ਅਲਲ ਕਾਜ਼ਿਬੀਨ, ਅਸੀਂ ਇਹ ਨਹੀਂ ਮੰਨਦੇ, ਇਹ ਜੋ ਕੋਈ ਤੁਸੀਂ ਕਹਿ ਰਹੇ ਹੋ ਅਸੀਂ ਇਹ ਨਹੀਂ ਮੰਨਦੇ। ਲੇਕਿਨ ਜਿਹੜਾ ਕਹਿਣ ਵਾਲਾ ਹੈ ਉਹ ਬਜ਼ਿੱਦ ਹੈ ਤੇ ਉਹ ਕਹਿੰਦਾ ਹੈ ਵੀ ਤੁਹਾਡੀਆਂ ਤਹਰੀਰਾਂ ਤੋਂ ਇਹ ਸਾਬਤ ਹੁੰਦਾ ਹੈ ਕਿ ਤੁਸੀਂ ਮਿਰਜ਼ਾ ਸਾਹਿਬ ਨੂੰ ਖੁਦਾ ਮੰਨਦੇ ਹੋ, ਤੁਸੀਂ ਮਿਰਜ਼ਾ ਸਾਹਿਬ ਨੂੰ ਖੁਦਾ ਦਾ ਪੁੱਤਰ ਮੰਨਦੇ ਹੋ, ਤੁਹਾਡੀਆਂ ਤਹਰੀਰਾਂ ਤੋਂ ਸਾਬਤ ਹੁੰਦਾ ਹੈ। ਇਹ ਜ਼ੁਲਮ ਹੈ, ਇਹ ਜ਼ਿਆਦਤੀ ਹੈ, ਇੰਜ ਨਹੀਂ ਹੋਣਾ ਚਾਹੀਦਾ। ਮੈਂ ਤੁਹਾਡੇ ਨਾਲ 100% ਮੁਤਫਿਕ ਹਾਂ ਕਿ ਜੇ ਕਿਸੇ ਦੀ ਤਹਿਰੀਰ 'ਚੋਂ ਇੰਜ ਬੰਦਾ ਆਪ ਮੈਂ ਨਾ ਕੱਢੇ
ਤੇ ਫਿਰ ਕੰਮ ਨਹੀਂ ਬਣਦਾ, ਫਿਰ ਲੜਾਈ ਹੈ ਨਿਰੀ। ਪਰ ਇਹ ਅਸੂਲ ਸਿਰਫ ਉਹਨਾਂ ਵਾਸਤੇ ਤੇ ਨਹੀਂ ਨਾ ਹੋਣਾ ਚਾਹੀਦਾ, ਇਹ ਤੇ ਦੋ ਪਾਸੇ ਹੋਣਾ ਚਾਹੀਦਾ ਨਾ ਤਾਰਕ ਸਾਹਿਬ, ਕਿ ਜੇ ਤੁਸੀਂ ਉਹਨਾਂ ਦੀਆਂ ਤਹਿਰੀਰਾਂ ਚੋਂ ਗਲਤ ਮਹਿਨਾ ਕੱਢੋ ਤੇ ਤੁਹਾਡੇ ਤੇ ਵੀ ਤਾਂ ਕੋਈ ਪਾਬੰਦੀ ਹੋਣੀ ਚਾਹੀਦੀ ਹੈ ਨਾ। ਐ ਹੁਣ ਜਿਹੜੀ ਹੁਸੈਨੀ ਸਾਹਿਬ ਤੁਹਾਡੇ ਤੋਂ ਸਿਰਫ 2 ਮਿੰਟ ਪਹਿਲਾਂ ਵੀ ਗੱਲ ਕਰਦੇ ਵੀ ਰਾਤੀ ਉਹਨਾਂ ਨੇ ਆਖਿਆ ਕਿ ਮੌਲਾਨਾ ਕਾਸਮ ਨਨੋਤਵੀ ਇਹ ਮੰਨਦੇ ਨੇ, ਸ਼ਾਹ ਵਲੀ ਅੱਲਾ ਇਹ ਮੰਨਦੇ ਨੇ, ਉਹ ਕੀ ਨਾ ਉਹਨਾਂ ਦਾ ਮੁਜੱਦਦ ਅਲਫਸਾਨੀ ਇਹ ਮੰਨਦੇ ਨੇ, ਜਨਾਬ ਇਮਾਮ ਜਲਾਲੁদ্দিন ਸਯੂਤੀ ਉਹ ਮੰਨਦੇ ਨੇ। ਉਹਨਾਂ ਦੀਆਂ ਤਹਿਰੀਰਾਂ ਵਿੱਚੋਂ ਜੋ ਕੋਈ ਇਸਤੰਬਾਤ ਕੀਤਾ ਜਾ ਰਿਹਾ ਹੈ ਔਰ ਜੋ ਕੁਝ ਉਹਨਾਂ ਨੂੰ ਗਰਦਾਨਿਆ ਜਾ ਰਿਹਾ ਕਿ ਉਹ ਸਾਰੇ ਜਰਾਏ ਨਬੂਵਤ ਦੇ ਕਾਇਲ ਸਨ, ਵਫਾਤ ਮਸੀਹ ਦੇ ਕਾਇਲ ਸਨ। ਹੱਤਾ ਕਿ ਕੱਲ ਫੌਤ ਹੋਏ ਨੇ ਸਾਡੀਆਂ ਅੱਖਾਂ ਦੇ ਸਾਹਮਣੇ ਡਾਕਟਰ ਅਹਿਮਦ ਦੀਦਾਤ, ਉਹਨਾਂ ਦੇ ਉੱਤੇ ਇਲਜ਼ਾਮ ਬੰਦਾ ਲਾ ਦੇਵੇ ਤੇ ਆਖੇ ਵੀ ਉਹ ਇਸ ਗੱਲ ਦੇ ਕਾਇਲ ਸਨ ਕਿ ਜੋ ਕੋਈ ਮਿਰਜ਼ਾ ਸਾਹਿਬ ਦਾ ਅਕੀਦਾ ਹੋਈ ਮੇਰਾ ਅਕੀਦਾ ਕਿ ਈਸਾ ਅਲੈਹਿਸਲਾਮ ਨੂੰ ਸਲੀਬ ਤੇ ਚੜਾਇਆ ਗਿਆ ਤੇ ਉਹਨਾਂ ਨੂੰ ਉਹਦੇ ਉੱਤੇ ਤਸ਼ੱਦਦ ਕੀਤਾ ਗਿਆ ਜ਼ਖਮੀ ਹਾਲਤ 'ਚ। ਇਹੋ ਜਿਹੇ ਇਲਜ਼ਾਮਾਤ ਨਾ ਲਾਓ ਲੋਕਾਂ ਦੀਆਂ ਤਹਿਰੀਰਾਂ ਤਕਰੀਰਾਂ ਨੂੰ ਫੜ ਕੇ, ਤੇ ਤੁਸੀਂ ਵੀ ਮਿਰਜ਼ਾ ਸਾਹਿਬ ਦੀਆਂ ਤਹਿਰੀਰਾਂ 'ਚੋਂ ਇਹ ਗੱਲਾਂ ਨਾ ਕੱਢੋ ਜਿਹੜੀਆਂ ਉਹ ਨਹੀਂ ਮੰਨਦੇ, ਤੇ ਫਿਰ ਤੇ ਰਾਜ਼ੀਨਾਮਾ ਹੋ ਸਕਦਾ ਹੈ ਇਸ ਗੱਲ ਤੇ। ਲੇਕਿਨ ਇਹ ਬਿਮਾਰੀ ਤੇ ਦੋ ਤਰਫ ਹੈ ਨਾ ਫਿਰ ਤਾਰਕ ਸਾਹਿਬ, ਬਿਮਾਰੀ ਇੱਕ ਪਾਸੇ ਤੇ ਨਹੀਂ, ਬਿਮਾਰੀ ਤੇ ਦੋ ਪਾਸੇ ਹੈ ਨਾ। ਮੈਂ ਇਹ ਸਵਾਲ ਕਰਨਾ ਚਾਹੁੰਦਾ ਕਿ ਹੈ ਜਾਂ ਸਿਰਫ ਇੱਕ ਤਰਫਾ ਬਿਮਾਰੀ ਹੈ, ਦੋ ਤਰਫਾ ਹੈ ਜਾਂ ਇੱਕ ਤਰਫਾ? ਜੀ ਜੀ ਤੁਹਾਡੀ ਗੱਲ ਜਿਹੜੀ ਹੈ ਇਸ ਹੱਦ ਤੱਕ ਠੀਕ ਹੈ ਕਿ ਇਹ ਫਿਰ ਜਿਸਲੇ ਉਹ ਕਹਿੰਦੇ ਨੇ ਪੰਜਾਬੀ 'ਚ, ਤੁਸੀਂ ਵੀ ਪੰਜਾਬ ਦੇ ਹੀ ਹੋ, ਵੀ ਜਿਹੜੇ ਭਜਦੇ ਹੁੰਦੇ ਨਾ, ਭਜਦਿਆਂ ਨੂੰ ਹਲਵਾਨ ਇੱਕੋ ਜਿਹੇ ਹੋ ਜਾਂਦੇ ਨੇ। ਜਿਸਲੇ ਤੁਸੀਂ ਜਮਾਤ ਦੀਆਂ ਕਿਤਾਬਾਂ ਤੇ ਇਤਰਾਜ਼ ਕਰੋਗੇ, ਆਪਣੇ ਮਤਲਬ ਪਹਿਨਾਓਗੇ, ਉਸ ਲਈ ਉਹ ਤੁਹਾਡੇ ਅੱਗੇ ਉਹ ਮਿਸਾਲਾਂ ਰੱਖ ਦੇਣਗੇ। ਮਤਲਬ ਹੈ ਕਿ ਇਹ ਜਿਹੜਾ ਨਾ ਇੱਕ ਤਰ੍ਹਾਂ ਦੀ ਤੁਸੀਂ ਇਹ ਹਿਸਾਬ ਲਾ ਲਓ ਕਿ ਇਹ ਗੱਲ ਤੁਹਾਡੀ ਆਪਣੀ ਜਗ੍ਹਾ ਤੇ ਮੰਤਕ ਦੇ ਲਿਹਾਜ਼ ਨਾਲ ਠੀਕ ਹੈਗੀ, ਉਹਨੂੰ ਕੋਈ ਇਹ ਨਹੀਂ ਕਹਿ ਸਕਦਾ ਕਿ ਗਲਤ ਹੈ। ਲੇਕਿਨ ਇਹ ਰਸਾਕਸ਼ੀ ਹੈਗੀ ਹੈ ਟੋਟਲ, ਕਿ ਤੁਸੀਂ ਮਿਰਜ਼ਾ ਸਾਹਿਬ ਨੇ ਜੀ ਇਹ ਕਹਿਤਾ, ਜਿਸ ਤਰ੍ਹਾਂ ਉਹ ਅਕਸਰ ਆਪਣੇ ਉਹ ਹੈਗੇ ਨੇ ਕੀ ਇਹਨਾਂ ਨਾਂ ਹੈ, ਸ਼ਾਹ ਸਾਹਿਬ ਅਕਸਰ ਆਉਂਦੇ ਹੁੰਦੇ ਨੇ, ਮੇਰਾ ਨਾਂ ਜ਼ੇਨ ਤੋਂ ਉਤਰ ਗਿਆ, ਕਿ ਜਿਹੜੇ ਉਹ ਹਾਂਜੀ ਜ਼ਫਰੁल्लाह ਸ਼ਾਹ ਸਾਹਿਬ, ਤੇ ਮਿਰਜ਼ਾ ਸਾਹਿਬ ਨੇ ਇਹ ਲਿਖਿਆ ਅੰਤ ਬਿਮੰਜ਼ਲਤ ਵਲਦੀ, ਤੇ ਉਹ ਮਤਲਬ ਹੈ ਕਿ ਫਿਰ ਉਹਦੇ 'ਚ ਮੈਂ ਹੁਣ ਕਹਿੰਦਾ ਕਿ ਜਿਹੜੇ ਮੌਲਾਨਾ ਰੂਮੀ ਸੀ ਉਹਨਾਂ ਨੇ ਫਰਮਾਇਆ ਔਲੀਆ ਇਤਫਾਲ ਹਕ ਇਸ ਤਰ੍ਹਾਂ ਦਾ ਉਹਨਾਂ ਦੀ ਵੀ ਤਹਿਰੀਰ ਹੈ। ਹੁਣ ਇਹ ਮਤਲਬ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਨੇ ਇਹ ਸੂਫੀਆ ਦਾ ਜਿਹੜਾ ਕਲਾਮ ਹੈ ਜਾਂ ਵਲੀ ਅੱਲਾ ਜਿਹੜੇ ਲੋਕ ਹਨ ਇਹਨਾਂ ਨੇ ਆਪਣੇ ਆਪਣੇ ਰੰਗ 'ਚ ਕੁਛ ਨਾ ਕੁਛ ਐਸੇ ਲਫ਼ਜ਼ ਕਹੇ ਨੇ ਜਿਨ੍ਹਾਂ ਨੂੰ ਤੁਸੀਂ ਕੁਫਰ ਨਹੀਂ ਕਹਿ ਸਕਦੇ, ਬਲਕਿ ਇੱਕ ਅਰਫਾਨਾ ਕਲਾਮ ਮਾਰਫਤ ਹੈ ਕਿ ਅੱਲਾ ਦਾ ਸਲੂਕ ਹੈ ਸਨਾਂ ਦਾ। ਮਤਲਬ ਉਹਦੇ 'ਚ ਸਾਫ਼ ਹੀ ਲਿਖਿਆ ਹੁੰਦਾ ਕਿ ਅੱਲਾਹ ਤਾਲਾ ਇਹਨਾਂ ਚੀਜ਼ਾਂ ਤੋਂ ਪਾਕ ਹੈਗਾ, ਲੇਕਿਨ ਅਸੀਂ ਇਹਨੂੰ ਇਸਤਾਰੇ ਦੇ ਰੰਗ ਮਜਾਜ਼ ਵਿੱਚ ਲੈ ਰਹੇ ਹਾਂ। ਹਕੀਕਤ ਇਹਨੂੰ ਜਿਹੜਾ ਉਹ ਨਾ ਸਮਝਿਆ ਜਾਏ, ਇਹ ਦੋਨੋਂ ਸਾਈਡਾਂ ਤੋਂ ਹੋਣਾ ਚਾਹੀਦਾ। ਬਿਲਕੁਲ ठीक मामूल ना समझा जाए तो फिर ठीक है, लेकिन मसला ये है कि मिर्जा साहब के कहने के बावजूद वो हकीकत ते मामूल कर रहे हैं ना। कौन जेड़े मिर्जा साहब दे मनण वाले ने, मिर्जा साहब दी मर्जी के खिलाफ जिन्हां गल्लां तो उन्होंने मना किया है कि इन्हां नूं असल ना समझो, असल पर मामूल नहीं। जैसे ये असल पर मामूल नहीं, ऐसे हदीस शरीफ में ये फरमाना है कि नबीउल्लाह होगा, ये भी असल पर मामूल नहीं। ये वो बातें हैं जो खुदा ताला ने मुझे बताई हैं, जिसने समझना हो समझ दे। ये फरमाया ना उन्होंने, बिल्कुल ते ये गल अहमदी उन्हां दी मान लैण ते फिर मेरा ख्याल है कोई झगड़ा नहीं रहिंदा। ਸਾਡੇ ਅਹਿਮਦੀਆਂ 'ਚ ਇੱਕ ਅਸੀਂ ਹੈਗੇ ਆ ਇਹ ਗਰੁੱਪ ਜਿਹੜਾ ਖਿਲਾਫਤ ਨੂੰ ਮੰਨਦਾ ਹੈ, ਜਾਂ ਕਾਦੀਆਨੀ ਗਰੁੱਪ ਕਹਿ ਲਓ, ਜਾਂ ਰਬਵਾਈ ਬਾਜ਼ ਲੋਕ ਹੁਣ ਕਹਿਣਾ ਸ਼ੁਰੂ ਹੋ ਗਏ ਨੇ। ਇੱਕ ਸਾਡਾ ਗਰੁੱਪ ਹੈਗਾ ਜਿਹੜੇ ਇਹ ਨੇ ਲਾਹੌਰ ਵਾਲੇ, ਇਹਦੇ ਹੁਣ ਉਹ ਤੇ ਬਿਲਕੁਲ ਇਹਨਾਂ ਦੇ ਮੁਤਾਬਕ ਜਿਹੜਾ ਮਿਰਜ਼ਾ ਸਾਹਿਬ ਨੂੰ ਮੰਨਦੇ ਨੇ, ਲੇਕਿਨ ਝਗੜਾ ਉਹਨਾਂ 'ਚ ਹਾਂਜੀ ਜਿਸ ਤਰ੍ਹਾਂ ਮਿਰਜ਼ਾ ਸਾਹਿਬ ਨੇ ਲਿਖਿਆ ਹੈ ਹਾਂਜੀ ਕਿ ਇਹਦੇ ਤੋਂ ਮੁਰਾਦ ਇਹ ਸਤਾਰਾ ਦੇ ਰੰਗ 'ਚ ਹੈ, ਮਜਾਜ਼ ਦੇ ਰੰਗ 'ਚ ਹੈ, ਇਹ ਉਹ ਅਸਲ ਹਕੀਕਤ ਨਹੀਂ। ਹਾਂਜੀ
ਤੇ ਜਿਹੜਾ ਇਸ ਤਰ੍ਹਾਂ ਮੰਨਦਾ ਉਹ ਤੇ ਠੀਕ, ਫਿਰ ਉਹਨਾਂ ਦਾ ਕਹਿਣਾ ਮੰਨ ਰਿਹਾ ਨਾ, ਉਹਨੂੰ ਇਹੀ ਕਹਾਂਗੇ ਕਿ ਉਹਨੇ ਉਹਨਾਂ ਦਾ ਕਹਿਣਾ ਮੰਨਿਆ। ਲੇਕਿਨ ਜਿਹੜਾ ਉਹਨਾਂ ਦੇ ਮੰਨਿਆ ਤੇ ਉਹਨਾਂ ਦੀ ਇਸ ਹਦਾਇਤ ਦੇ ਖਿਲਾਫ ਗੱਲ ਮੰਨ ਰਿਹਾ, ਮਤਲਬ ਉਮਤੀ ਨਬੀ, ਅਕਸੀ ਨਬੀ, ਜ਼ਿਲੀ ਬਰੂਦੀ ਵਗੈਰਾ, ਉਹ ਥੋੜਾ ਭਾਰ ਹੋ ਜਾਂਦਾ, ਇੱਕ ਥੋੜਾ ਜਿਹਾ ਗੈਰ ਫਿਤਰੀ ਜਿਹੀ ਗੱਲ ਹੈ। ਹਾਲਾਂਕਿ ਮਿਰਜ਼ਾ ਸਾਹਿਬ ਨੇ ਰਸਾਲਾ ਅਲ ਵਸੀਅਤ ਇਹ ਲਿਖਿਆ ਹੈ ਕਿ ਨਬੀ ਕਰੀਮ ਸੱਲੱਲਾਹੁ ਅਲੈਹਿ ਵਸੱਲਮ ਦੇ ਬਾਅਦ ਕਿਸੇ ਦੇ ਵਾਸਤੇ ਨਬੀ ਦਾ ਲਫ਼ਜ਼ ਇਸਤੇਮਾਲ ਕਰਨਾ ਰਸੂਲullah ਦੀ ਹਤਕ ਹੈ, ਸਿਰਫ ਉਹਨਾਂ ਵਾਸਤੇ ਇਹ ਲਫ਼ਜ਼ ਇਸਤੇਮਾਲ ਕਰਨਾ। ਲੇਕਿਨ ਇਹ ਹੁਣ ਦੂਸਰੇ ਲਫ਼ਜ਼ ਜਿਹੜੇ ਨੇ ਉਹ ਨਾਲ ਲਾਂਦੇ ਕਦੇ ਬਹਿਸਾਂ 'ਚ ਲਾਉਂਦੇ ਨੇ ਤੇ ਕਦੇ ਹਟਾ ਕੇ ਸਿਰਫ ਨਬੀ ਕਹਿ ਦਿੰਦੇ ਨੇ। ਤੁਹਾਡੀ ਆਵਾਜ਼ ਮੈਨੂੰ ਨਹੀਂ ਆ ਰਹੀ ਕਿ ਸਾਰਿਆਂ ਨੂੰ ਨਹੀਂ ਆ ਰਹੀ? ਸਾਨੂੰ ਬਿਲਕੁਲ ਕਲੀਅਰ ਆ ਰਹੀ ਹੈ। ਹਾਂਜੀ, ਮੈਂ ਕਿਹਾ ਇਹ ਜਿਹੜਾ ਲਫ਼ਜ਼ ਉਮਤੀ ਨਬੀ, ਜ਼ਿਲੀ ਤੌਰ ਤੇ ਨਬੀ, ਬਰੂਜ਼ੀ ਤੌਰ ਤੇ ਨਬੀ, ਗੈਰ ਹਕੀਕੀ, ਅਕਸੀ ਵਗੈਰਾ, ਮਜਾਜ਼ੀ, ਹਾਂ ਮਜਾਜ਼ੀ, ਇਹ ਹੁਣ ਸਾਰੇ ਲਫ਼ਜ਼ ਕਹਿਣਾ ਕਾਫੀ ਤਕਲਫ ਬਣ ਜਾਂਦਾ, ਹਰ ਵਾਰੀ ਕਹਿਣਾ ਮੁਸ਼ਕਿਲ ਹੋ ਜਾਂਦਾ। ਇਸ ਕਰਕੇ ਫਿਰ ਅਹਿਮਦੀ ਇਹੋ ਹੀ ਕਹਿ ਦਿੰਦੇ ਨੇ ਮਿਰਜ਼ਾ ਸਾਹਿਬ ਨਬੀ ਨੇ। ਲੇਕਿਨ ਇਹ ਤਾਰੀਰ ਭੁੱਲ ਜਾਂਦੇ ਨੇ ਕਿ ਉਹ ਫਰਮਾਉਂਦੇ ਨੇ ਕਿ ਇਹ ਕਹਿਣਾ ਨਬੀ ਕਰੀਮ ਸੱਲੱਲਾਹੁ ਅਲੈਹਿ ਵਸੱਲਮ ਦੇ ਬਾਅਦ ਕਿਸੇ ਵਾਸਤੇ ਲਫ਼ਜ਼ ਕਹਿਣਾ ਆਪ ਦੀ ਹਤਕ ਹੈ। ਜੀ अस्सलाम वालेकुम रहमतुल्लाह हुसैनी अंकल। वालेकुम सलाम जी। क्या हाल है हुसैनी अंकल? ठीक है, खुश है, राजी है? जी जी अल्हम्दुलिल्लाह। जी हुसैनी अंकल, मेरा एक सवाल था, अगर आप मुझे परमिशन दें तो फिर मैं कर लेता हूँ। सवाल था या सवाल है? सवाल है। अच्छा ठीक है, करें जी, इजाज़त है कर लूँ? हाँ हाँ करें। जी, अल्लामा साहब ने एक जगह जवाब दिया किसी को, किसी ने अल्लामा साहब से सवाल किया कि नबी करीम सल्लल्लाहु अलैहि वसल्लम की इतनी अज़वाज क्यों है। उसके जवाब में रोक दियो, उसकी जवाब में जवाब दिया अल्लामा साहब ने कि साल में 365 दिन आदमी को 365 दिन आदमी को होते दस्तयाब नहीं होती हैं। ये जवाब दिया किसी ने, किसी को अल्लामा साहब ने। अल्लामा साहब से सवाल हुआ कि नबी करीम सल्लल्लाहु अलैहि वसल्लम की इतनी अज़वाज क्यों थी, तो जवाब में अल्लामा साहब ने कहा कि आदमी को 365 दिन औरत दस्तयाब नहीं होती है। ये जवाब मुनासिब था हुसैनी अंकल? ये नहीं कहा उन्होंने, मैंने सुनी हो कैसेट, ये कुछ लोग इसको इस तरह पेश करते हैं, उन्होंने कतन ये नहीं कहा। क्या कहा था? इनसे पूछ लें क्या कहा था। वो मुझे पता है, मैंने सुना है वो उन्होंने जो कहा था। वो तो सिर्फ इनसे सवाल सुन लें, इनसे सवाल हुआ कि नबी करीम मना नहीं किया कि 2 मिनट के लिए चुप उन्होंने जवाब दिया, बात कर रहे हैं, आपने जोड़ी बीच में अपनी नात बतानी, आपको एक मना नहीं किया चुप कर दो, एक बदतमीजी करते हो यार, 2 मिनट चुप कर दो, बात कर रहे हैं अल्लामा साहब सहूलत के साथ। एक होता है, इन्होंने जवाब दिया कि साल के 365 दिन दस्तयाब नहीं होती। किसी एक मिनट ठहरो, मलिक साहब ठहरो जरा, वो लगा माइक। ठहरो। इन्होंने जवाब दिया साल के 365 दिन औरत दस्तयाब नहीं होती। नबी सल्लल्लाहु अलैहि वसल्लम की अज़वाज के मुतालिक जवाब ये दिया इन्होंने। तो ये गुस्ताखी नहीं है, ये गुस्ताख नहीं है बंदा। ये कहता है हजरत अली का सुन्नत है औरत के कपड़े उतारना, हजरत अली की सुन्नत है कपड़े उतारना, हजरत अली की सुन्नत है औरत के कपड़े उतारना। ये मुनासिब जवाब था? ये हदीस कौन सी है? ये हजरत अली की सुन्नत कहाँ से आ गई है? ठहरो। ये इतना खबीज आदमी कहता है हजरत अली की सुन्नत है। ठहरो। बात ये है, मैं ये देखना चाह रहा था कि वो किसी जगह सवाल जो होता है वो 1-2 लाइनों में 1-2 मिनट में किसी जगह ख़त्म होता है, उसका जवाब भी हो सकता है। आपने सवाल किया कि उन्होंने ये जवाब दिया था, मैंने वो कैसेट सुनी है सारी, वो बिल्कुल ऐसे नहीं उन्होंने कहा, ना ऐसी कोई बात है। उसमें 2 सवाल थे, उसका मैं जवाब तो बाद में देता हूँ, लेकिन जो आपने तरीक शुरू कर दिया है तो आप सवाल पूछने थे, सवाल की बजाय आपने कहा इन्होंने ये कहा, इन्होंने ये कहा, इन्होंने ये कहा, ये कहना इसमें लानत है, ये बहुत बुरा है, ये जुर्म है, ये फला। इसका नाम सवाल तो नहीं होता। इसका मतलब ये होता है कि मुझे इजाज़त दें कि मैं एक आदमी को मुखातब करके उसकी तौहीन करूं, तजलील करूं, तमस्खुर करूं या ताने मारूं या इस तरह की बातें। सवाल में और 2 बातों में फ़र्क महसूस कर लें। मुमकिन नहीं था कि आपके होते हुए मैं ये लफ्ज़ कह सकता। अगर आप सुन रहे हैं तो इसको नोट कर लें। सवाल
इतना ही होता है कि 2-4 लफ्ज आदमी ने बोले सवाल, उसके बाद जिससे आपने सवाल पूछा उसको मौका दें, वो आपको जवाब देगा, और जब वो जवाब मुकम्मल कर ले, आपको ना पसंद आए तो आप बेशक दोबारा सवाल कर लेना, इससे तो मना नहीं। लेकिन जो आपने स्टाइल इख्तियार किया उसका नाम सवाल नहीं है, उसका नाम करैक्टर असैसिनेशन बेसिकली। उसका सही जो होना चाहिए अप्रोप्रिएट वो ये है कि आप किसी दूसरे बंदे के करैक्टर के ऊपर तकरीर करके उसको बुरा दिखाना चाहते हैं, ये है बात। तो ये बात कि आपके लिए भी की जाए तो आपको भी अच्छा नहीं लगेगा, किसी को भी अच्छा नहीं लगता। ये मैं अर्ज करना चाहता हूँ आपको। मैंने कोई ऊंचा नहीं बोला, ना मैंने लाउड स्पीकर लगाया है, ना मैंने गालियां दी हैं, सिर्फ ये अर्ज की है आपके। हुसैन जी साहब गुजारिश ये है, जी एक कल ही गालबन जी अमन नजीर साहब ने जी ਇਹਨਾਂ ਦਾ ਬਿਆਨ ਤੁਹਾਨੂੰ ਸੁਣਾਇਆ। ਇੱਕ ਮਿੰਟ ਮਾਸਟਰ ਸਾਹਿਬ, ਇੱਕ ਮਿੰਟ ਮੈਨੂੰ ਕੰਪਲੀਟ ਕਰ ਲੈਣਾ ਪਲੀਜ਼। ਕੱਲ ਹੀ ਇਹਨਾਂ ਦਾ ਤੁਹਾਨੂੰ ਬਿਆਨ ਸੁਣਾਇਆ ਜੀ, ਜੋ ਇਹਨਾਂ ਨੇ ਬਿਆਨ ਫਰਮਾਇਆ ਹੈ ਜਮਾਤ ਦੇ ਬਾਰੇ, ਜੋ ਉਹਨਾਂ ਦਾ ਅਕੀਦਾ ਸੀ ਉਹਨਾਂ ਪੇਸ਼ ਕਰਤਾ। ਮਤਲਬ ਇਹ ਜਿਹੇ ਬੰਦੇ ਜਿਹੜੇ ਨੇ ਉਹ ਨਾ ਆਰ ਸਿੰਘ ਜੀ, ਨਾ ਪਾਰ ਸਿੰਘ ਜੀ ਤੇ ਬੁੱਢ ਵਿਚਗਾਰ ਸਿੰਘ ਜੀ, ਉਹਦਾ ਮਕਸਦ ਇਸ ਤਰ੍ਹਾਂ ਅਗੇਨ ਇਹੀ ਸੀ ਕਿ ਮੈਂ ਮਿਰਜ਼ਾ ਸਾਹਿਬ ਜਾਂ ਉਹਨਾਂ ਦੇ ਜਿਹੜੇ ਖੁਲਫਾ ਨੇ, ਜਾਨਸ਼ੀਨ ਨੇ, ਉਹਨਾਂ ਨੂੰ ਮੈਂ ਗਾਲਾਂ ਪਵਾਵਾਂ। ਮਤਲਬ ਹੋਰ ਉਹਨਾਂ ਦਾ ਕੋਈ ਮਕਸਦ ਨਹੀਂ ਹੈਗਾ ਅਮਨ ਨਜ਼ੀਰ ਸਾਹਿਬ ਨਾਲ ਇਹ ਗੱਲ ਕਰਨ ਦਾ ਜਾਂ ਦੂਸਰੇ ਕਿਸੇ ਦੇ ਸਪੀਕਰ ਲਾਉਣ ਦਾ। ਹੋਰ ਕੀ ਮਕਸਦ ਹੋ ਸਕਦਾ? ਮਤਲਬ ਅਮਨ ਨਜ਼ੀਰ ਸਾਹਿਬ ਜਿਹੜੇ ਨੇ ਉਹ ਆਪਣੀਆਂ ਬਰਾਡਾਂ ਤੇ ਵੀ ਬਹਿੰਦੇ ਨੇ, ਇਹੋ ਜਿਹੇ ਸਵਾਲ ਉੱਥੇ ਜਾ ਕੇ ਕਰ ਲੈ, ਤੈਨੂੰ ਉਹ ਚੁੱਕ ਕੇ ਸਹੀ ਜਵਾਬ ਦੇ ਲੈਣਗੇ। ਅਗਰ ਕਿਤੇ ਅੱਛੀ ਮਜਲਿਸ ਚੱਲ ਰਹੀ ਹੁੰਦੀ ਹੈ ਤੇ ਉਹਦੇ ਚ ਇਹ ਜਿਹੇ ਲੋਕ ਆ ਕੇ ਰੱਖਣਾ ਪਾਉਂਦੇ ਨੇ। ਅੱਛੀ ਮਜਲਿਸ ਚੰਗੀ ਨਹੀਂ ਲੱਗਦੀ। ਖਾਜ਼ਮ ਹੁਸੈਨ ਸਾਹਿਬ ਮਸਲਾ ਤਾਂ ਹੈ ਵੇ ਜੀ ਜੀ, ਉਹ ਕਿਉਂ, ਉਹਨੂੰ ਕੀ ਜ਼ਰੂਰਤ ਹੈ ਗਾਲਾਂ ਪਵਾਉਣ ਦੀ? ਕਿਉਂ ਜੀ ਕਿ ਜਿਹੜੇ ਗਾਲਾਂ ਕੱਢਣ ਵਾਲੇ ਨੇ ਉਹਨਾਂ ਨੂੰ ਕੀ ਤਕਲੀਫ ਹੈ ਕਿ ਕੋਈ ਬੰਦਾ ਗੱਲ ਪਿਆ ਕਰਦਾ, ਉਹਦਾ ਸਾਡੇ ਨਾਲ ਕੋਈ ਤਲਕ ਵਾਸਤਾ ਨਹੀਂ। तो हजरत मिर्जा मसरूर अहमद ने क्यों गाना काटते पे ने? हुसैनी साहब आपने इसको क्यों नहीं उतारा नीचे? ये जो बकवास कर रहा था माइक लगा के कुत्ते की तरह भौंक रहा है। ये मुझे जो मर्जी कह ले, लेकिन अलामा साहब को कुछ ना कहना, वरना फिर मैं ऐसी तेरे अलामा सुअर की ऐसी कितना ऐसी फिर तेरे मिर्जे मसरूर दी, तेरे बाबर हमजादे की सुअर के बच्चे, कंजरी की औलाद। गल ये है कि ये ठीक है, गल एप्रोप्रिएट जवाब ਇਹੋ ਹੀ ਹੈ। ਮੈਨੂੰ ਵੀ ਉਹ ਅੱਛਾ ਤਾਂ ਨਹੀਂ ਹੈ ਲੱਗ ਰਿਹਾ ਜਿਸ ਤਰ੍ਹਾਂ ਅਲਾਮਾ ਸਾਹਿਬ ਦੇ ਉੱਤੇ ਉਹ ਆ ਕੇ ਜਿਹੜਾ ਤਰੀਕ ਇਖਤਿਆਰ ਕੀਤਾ ਹੈ, ਇਹ ਗੁਫ਼ਤਗੂ ਦਾ ਤਰੀਕ ਨਹੀਂ ਅੱਛਾ, ਬੇਅਦਬੀ ਹੈ। ਅਲਾਮਾ ਸਾਹਿਬ ਨੇ ਤਾਂ ਐਸੀ ਕੋਈ ਗੁਫ਼ਤਗੂ ਨਹੀਂ ਕੀਤੀ, ਨਾ ਜਿਹੜਾ ਉਹਨਾਂ 'ਤੇ ਇਲਜ਼ਾਮ ਲਗਾਇਆ ਜਾਂਦਾ ਉਹ ਛਾਲਿਆ ਜਾਂਦਾ ਹੈ। ਬਹੁਤ ਸਾਰੀਆਂ ਗੱਲਾਂ ਉਹਨਾਂ ਦੇ ਮੁਤਲਕ ਐਸੀਆਂ ਕਰਕੇ ਬਣਾ ਲਈਆਂ ਗਈਆਂ ਨੇ ਉਹਦੇ 'ਤੇ, ਫਿਰ ਉਹਨੂੰ ਬਾਰ-ਬਾਰ ਤੁਰਾਇਆ। ਤਾਂ ਮੈਂ ਇਹੋ ਹੀ ਅਰਜ਼ ਕੀਤਾ ਕਿ ਤੁਸੀਂ ਸਵਾਲ ਕਰਨਾ ਤਾਂ ਕਰੋ, ਬੇਸ਼ੱਕ ਅਲਾਮਾ ਸਾਹਿਬ ਦੇ ਖਿਲਾਫ ਕਰੋ, ਮੈਂ ਜਵਾਬ ਦੇ ਦਿਆਂਗਾ। ਅਤੇ ਅਲਾਮਾ ਸਾਹਿਬ ਦੀ ਸ਼ਰਾਫਤ ਇਹ ਹੈ, ਉਹ ਤਾਂ ਕੋਈ ਵੀ ਨਹੀਂ, ਇੱਕ ਲਫ਼ਜ਼ ਵੀ ਨਹੀਂ ਉਹਨਾਂ ਨੇ ਬੋਲਿਆ, ਕੁਛ ਵੀ ਨਹੀਂ ਕਿਹਾ। ਤਾਂ ਇਹਦੇ ਤੋਂ ਸਾਨੂੰ ਸਬਕ ਸਿੱਖਣਾ ਚਾਹੀਦਾ ਹੈ ਮਲਕ ਸਾਹਿਬ ਦੂਸਰਿਆਂ ਨੂੰ ਵੀ, ਕਿ ਜਲਦੀ ਨਹੀਂ ਕਰਨੀ ਚਾਹੀਦੀ ਸਖਤ ਲਫ਼ਜ਼ ਕਹਿਣ ਵਿੱਚ, ਉਹਦੇ 'ਚ ਇhtiyat ਹੀ ਅੱਛੀ, कोई लफ्ज नहीं कहना चाहिए ऐसे। नहीं हुसैन साहब बात सुने जी जी, आप फिर ग्लोरीफाई करें अलामा, आपके अलामा को फर्ज नहीं है कि मना करे उसे मलक कैसर को? मैंने तो आपके सामने कहा है ये बात। नहीं आमन नजीर को मना करना चाहिए ना कि तू किसी के अकाबर को क्यों तजलील कर रहा है, ये तो पागल आदमी है, इसका किसी के साथ कोई तल्लक नहीं है। वो जो चुप करके बैठा हुआ है उसमें उसका कोई कसूर नहीं है। वो तो मैं दरमियान में उससे बात कर रहा था मलिक साहब को, वो जनाब वो माइक लगा के ऊंची ऊंची जो गालियां निकाल रहा है उस पागल लौंडे की सवाल की वजह से। जी अलामा साहब को नो, अलामा साहब तुम्हारा खाना कब है? मैं बताता हूँ भाई, बात ये है 2 रोज पहले अभी तारक साहब यही बात कर रहे थे कि इस बंदे की असलियत बताई गई है कि ये बंदा जो गेमें खेलता है 2 तरफा खेलना चाहता है। तो हमने तो कभी इसको 12 जून के बाद जिस तरह मैंने मैसेज दिखाए थे कभी अपनी बरात पे लिया नहीं है। अगर आप भी इससे बरात का ऐलान कर दें और बिल इजमा कर दें तो कोई बंदा भी बिल्कुल नहीं लेना चाहिए आपके काबर का। सुन तो लो ना, सुन तो ले। आपने कहा है राणा
राशिद ने भी कहा है, तारक साहब भी 2-3-4 बंदों ने कह दिया, ये बात ठीक है, लेकिन इसकी इससे मुकम्मल तौर पर बरात का ऐलान कर, जिस तरह मैंने उसको आते ही कहा है ना कि हुसैनी साहब ਇਹਦਾ ਕੋਈ ਤਲਕ ਕਿਸੇ ਪਾਸੇ ਹੈ ਕੋਈ ਨਹੀਂ, ਇਹਨੂੰ ਤੁਸੀਂ ਥੱਲੇ ਲਾ ਦਿਓ, ਇਹਦਾ ਕੋਈ ਮਕਸਦ ਨਹੀਂ, ਐਵੇਂ ਖਾਮਖਾ ਕਰੇਗਾ ਉਹ, ਜਿਸ ਤਰ੍ਹਾਂ ਉਹ ਮੈਨੂੰ ਪਤਾ ਸੀ ਇਹਨੇ ਆਈ ਕਰਨਾ ਹੈ, ਆਪਣੀ ਬਰਾੜ ਲਾ ਕੇ ਮੈਨੂੰ ਗਾਲਾਂ ਕੱਢਦਾ ਰਿਹਾ, ਤੂੰ ਆਪਣੀ ਬਰਾੜ ਤੇ ਜਾ ਕੇ ਕੱਢ ਲਵੇ। ਤੇ ਤਾਰਕ ਸਾਹਿਬ ਨੂੰ ਜਾਂ ਜਿਹੜੇ ਬੰਦਾ ਹੋਰ ਵੀ ਕੋਈ ਤੁਹਾਡਾ ਬੈਠਾ, ਤੁਹਾਨੂੰ ਵੀ ਇਹ ਕਹਿਣਾ ਚਾਹੀਦਾ ਸੀ ਕਿ ਬਈ ਸਾਡਾ ਇਹਦੇ ਨਾਲ ਕੋਈ ਤਲਕ ਨਹੀਂ, ਇਹਨੂੰ ਲਾ ਦਿਓ, ਸਾਡਾ ਇਹ ਰਿਪਰੈਜ਼ੈਂਟੇਟਿਵ ਨਹੀਂ, ਖਾਮਖਾ ਜੋ ਕਰੇਗਾ ਇਹ ਫਿਰ ਇਹੀ ਭੁਗਤੇਗਾ। ਇੱਕ ਦੋ ਵਾਰੀ ਕਹੋ ਕਿ ਜਾਨ ਛੁੱਟ ਜਾਏਗੀ, ਇਹੋ ਜਿਹੇ ਬੰਦੇ ਤੋਂ ਜ਼ਰੂਰਤ ਨਹੀਂ ਉਸ ਬੰਦੇ ਨੂੰ ਲੈਣ ਦੀ ਤੇ ਨਾ ਉਹਦੇ ਗੱਲ ਸੁਣਨ ਦੀ। ਬਹਰਹਾਲ ਮੈਂ ਮਲਕ ਸਾਹਿਬ ਨੂੰ ਕਹਾਂਗਾ ਕਿ ਜਦੋਂ ਉਹ ਬੰਦੇ ਸਾਰੇ पे ਬਰਾਤ ਦਾ ਐਲਾਨ ਕਰਦੇ ਨੇ ਤੇ ਉਹਨਾਂ ਦੇ ਕਾਬਰ ਨੂੰ कोई लफ्ज बुरा नहीं कहना चाहिए। जज़ाकल्लाह। ठीक हो गई बात ये है कि वो जब भी आता है हमारा तो उसके साथ ताल्लुक ही कोई नहीं है, और ना उसने इस रेफरेंस से बात की है, वो बिल्कुल हमें नहीं पता कि वो कौन है और कौन नहीं है। सबूत अहमद नजीर के पास भी है कि वो कैसे गालियां निकालता रहा हजरत मसीह मौद को, और प्राइवेट में गालियां निकालता रहा, और कैसे उसने व्हाट्सएप के ऊपर दिखाया है कि जो वो बकबक करता रहा, अभी उसकी अपनी मर्जी है, वो जिधर मर्जी भौंकता फिरे, हमें उसकी परवाह बिल्कुल नहीं है। बरात ही बरात है हमारी तरफ से। अभी हम में से हर कोई बंदा नहीं कह सकता आपको आके जी हम बरात का, जैसे आपने कह दिया कि बरात का ऐलान एक बंदा, जितने भी सरकारी मुसलमानों में से सिर्फ अहमद नजीर ने कहा, अभी हर बंदे से तो नहीं ना हम पूछते फिर रहे कि जी आपने मुकम्मल तो बरात का ऐलान किया है, नहीं। इसी तरह ये भी एक ही है कि बस ठीक है, हम कोई नहीं उसे ऑन करते, हमें नहीं पता कि वो कौन है और कौन नहीं है। That's it। जो एक बंदा आता है ना और कहता है मैंने सवाल करना है, तो उसको आके बेशक सवाल कर ले और जवाब भी ले ले, लेकिन उसने इस बहाने से सवाल तो दरमियान में रह गया, सिर्फ बम्बारमेंट करना, ये तरीक जो है वो पागल है। उसके हुसैनी साहब मेरा बाकी आपकी मर्जी, आपकी है, उसने कोई सवाल नहीं करना, ना उसको सवाल आता वो साइको है, पागल है। उसने सिर्फ फितना और फसाद खड़ा करना होता है। उसने आज तक कभी कोई सवाल किया है? वो तो एक पागल है, वो डेस्पिरेशन में इधर उधर फिर रहा है, पता नहीं उसके केस का मसला है, इमिग्रेशन का मसला है, मेरे नानके अहमदी हैं, दादके अहमदी हैं, मैं अहमदी हूँ, मैं मिर्जा साहब को एक बुजुर्ग मानता हूँ, नबी नहीं मानता, नबी मानता हूँ, बुजुर्ग नहीं मान, तो वो तो मेंटली अपसेट और पागल है, इधर उधर भागता फिर रहा है। इस तरह कई आते हैं यहाँ पे जिनके साथ अहमदियत का टैग लगा हुआ है, अहमदियत से तंग भी हैं, तो कई साइकोपाथ फिर रहे हैं दोनों तरफ से, बल्कि वो दूसरों को पागल बनाता है क्योंकि उसका ये जो अंदाज है ना कि प्राइवेट में जाके कुछ और बात करना और बाहर आके कुछ और बात करना, इससे साबित होता है कि वो लोगों को पागल बनाना चाहता है। अगर वो पागल हो तो फिर तो वो मतलब एक तरफा बात करे और जिद से करे और जज्बात में आके करे, लेकिन वो जाके किसी को प्राइवेट में ये ना साजिश ना तैयार करे, चाल चलने की कोशिश ना करे कि देखो मैं तुम्हारे सामने यूं हूं लेकिन असल में मैं यूं, तुम चुप कर जो। जो बंदा ये कहता है वो पागल नहीं है, वो दूसरों को पागल बनाने की कोशिश कर रहा है। पता कि नहीं ना बना सकता वो अब एक उसके पास लॉजिक भी है। वो नीचे लिख रहा है जो इंसान खुद को अहमदी मुसलमान कहता है, किसी को कोई हक नहीं है कि वो उसको सर्टिफिकेट दे, वो अहमदी मुसलमान। अब ये तो एक लॉजिकल बात है ना जो आपके यहाँ दुरुस्त है। ये बात तो सही है, उसको अहमदियत से बाहर निकालने का किसी के पास कोई जवाब नहीं। अहमदियत से निकालने का बिल्कुल जवाज नहीं है, लेकिन ये भी जवाज नहीं पैदा होता कि वो क्योंकि अपने आप को अहमदी कहता है तो इसलिए वो कोई भी बात, क्योंकि ये तो सरकारी मुसलमानों का एक शिवा बन चुका है ना कि कोई ईसाई यहूदी भी आ जाएगा तो हज़रत मिर्जा साहब को गालियां निकालेंगे। इनको शर्म करनी चाहिए यार, कोई भी बात करे, कोई भी आ जाता है तो कादियानी है, नहीं कादियानी से कादियानी सूदा सूलतकार है यार, इनके मुंह को क्या हो गया है? अभी मैं सख्त अल्फाज नहीं इस्तेमाल करना चाहता, इसकी वजह भी है ना, आपके कई बंदे पकड़े भी गए हैं ना, वो अपने आपके भी कई बंदे पकड़े गए हैं, बना के कभी सिख बना के कभी मुसलमान बना के, हाँ तो वो पकड़े भी गए ना। इसलिए अगर कोई बंदा इस तरह की बात करता है, अभी वो आपका जो ब्रॉड लगा रहा था मेरे दोस्त, पकड़ो ना, जो क्या वो
हमारे पकड़ो उसको, मेरा क्या, मुझे क्या पता कि ओ भाई हमारा भी कोई लोग नहीं पकड़ा गया, किधर पकड़ा गया कि जो अहमदी था तो वो बना हुआ जो था। बंदा 2 नंबर है, मैं तो किसी 2 नंबर बंदे का भाई, लेकिन ये मैं ये आप कह रहा हूँ कि मैं किसी 2 नंबर बंदे की 2 नंबरी का हिस्सा, सुन तो लेना, जी जी मैं किसी भी 2 नंबर बंदे की 2 नंबरी का हिस्सा नहीं बनता। जो आपको मुसलमानों में से 2 नंबर दिखाई देता है, या वो अपने आप को इस तरह करके प्रिटेंड करता है ना खुद को, और वो असल में वो नहीं है, उसकी शिनाख्त, बिल्कुल उसको पकड़ के जूते मारे, हमारा उससे कोई लेना देना नहीं, हमारा बारात का ऐलान। अच्छा ऐसा तो शख्स सिद्धू जट से बरात का आप ऐलान करते नहीं, यहाँ पे 2 महीने वो अहमदी बना रहे हैं और अभी वो दिखाओ खुद के सिद्धू जट सामने की, आज तक मैंने तो नहीं देखा और कोई यार सिद्धू जट आप कैसे। एक बंदे हैं, आप एक बंदे हैं, वाहिद अभी इतने आपके फिर रहे हैं लोंडे लपाटे, ਅਸੀਂ ਕਿਦੇ ਕਿਦੇ ਪਿੱਛੇ ਨਸੀ। ਜਿਸ ਬੰਦੇ ਦਾ ਮੈਂ ਤੁਸੀਂ ਕਹਿ ਰਹਾ ਹੂੰ ਕਿ ਇਹਨਾਂ ਨੂੰ ਪੁੱਛਦੇ ਹੋ ਤੇ ਇਹ ਤੇ ਆਪਣੇ ਇਲਮ ਦੇ ਮੁਤਾਬਕ ਹੀ ਤੁਹਾਨੂੰ ਜਵਾਬ ਦੇਣਗੇ ਨਾ ਕਿ मैं ਉਹ ਤੇ ਅਸੀਂ ਵੀ ਆਪਣੇ ਇਲਮ ਦੇ ਮੁਤਾबिक हुसैन साहब जवाब देने पे है ना, लेकिन फॉलोइंग इनकी है कि जो इनकी खातिर कहते कि लामा को ना को इनको कुछ कहा तो डायरेक्ट रसूल अल्लाह को गाली है। तो आप उसको टूल के तौर पर इस्तेमाल करना चाहते हैं, किसको टूल के तौर पे इस्तेमाल करना चाहते हैं? जो आके यहाँ पर बकवास कर रहा था, कौन? ये रहील। मैंने तो तुझसे कहा कि तू ऊपर आ, मैं तो हुसैन साहब को कह रहा हूँ कि आप हाँ, तो मैंने लिया करें। मैंने भी नहीं तो कौन कहा सा मलक कैसे कैसर को, इस्तेमाल कर रहा हूँ? मैंने भी नहीं मलक कैसर को कहा कि तुम इनके काबरीन को गालियां दो, मैंने भी नहीं कहा। ਯਾਰ ਕੋਈ ਕੰਮ ਦੀ ਗੱਲ ਵੀ ਕਰ ਲਈ ਹੈ ਹੁਣ, ਇਹਦੇ ਚੀਜ਼ ਦਾ ਰਸਾ ਕਸ਼ੀ ਚੀਜ਼ ਦਾ ਸਾਰਾ ਟਾਈਮ बहुत ਲੱਗ सारा गल की बहुत सारा बात तो ये है ना कि कहीं भी कोई भी बंदा होता है, चाहे वो हो ना हो, तो गालियां निकालना शुरू कर देते हैं। अपनी बरात में बैठे वो जियाउल हक के मुंह को डायरिया लगा हुआ है, खुदा की लनत लगी उसकी जुबान के ऊपर। यार अपनी जुबानें देखो, अपनी बराडों पर, अपनी बराडों पर अपनी जुबानें देखो। जो मिर्जाई यहाँ पर बकवास कर रहे हैं, गालियां दे रहे हैं मुसलमानों को, सारा दिन उलमा को गालियां देते हैं, अपनी बराडें देखी हैं कभी? यार हम आपके किसी अकाबर को गाली देते हैं? जो मौलवी हमारे उलमा हमारे काबर हैं जिनको गालियां देते हैं। और तो यार 18 साल की बच्ची के साथ आपके उलमा रेप कर रहे हैं, वो तो आपके अकाबर है। 18 महीने की जो अपनी बेटियों के साथ रेप कर रहे हैं वो तुम्हारे काबर हैं। तो उनको निकालो, अगर आपके पास सबूत आपके मीडिया के ऊपर आया है। हाँ, उसकी बेटी आके कह रही है, मीडिया के ऊपर आके कह रही है कि मेरे बाप ने मेरे साथ रेप किया है। बात यह है कि एक दूसरे के अकाबर को एवेल्युएट करके प्रपोज करना कि इसको तुम अकाबर मान लो और इसको ना मानो, ये बहस कुछ ज़्यादा अच्छी बहस नहीं है, नामुमकिन है। हर किसी को अपने अकाबर खुद इख्तियार करने का इख्तियार है, जिसको चाहता है बेशक माने, हमें क्या हक पहुँचता कहें कि आप उसको ना माने। जिसको अहमदी मानना चाहते हैं वो अहमदी माने, जिसको गैर अहमदी मानना चाहते हैं वो माने, दोनों अपनी अपनी जगह। जो बात दोनों को समझनी चाहिए वो यही है कि वो एक दूसरे के मुतल्लिक ऐसी ज़ुबान इस्तेमाल ना करें जो ऑब्जेक्शनेबल है, बस। जी राणा साहब अस्सलाम वालेकुम। ਕੀ ਹਾਲ ਹੈ ਰਾਣਾ ਸਾਹਿਬ? ਤਵੀਤਾਂ ਕਿਸ ਤਰ੍ਹਾਂ ਰੌਣਕਾਂ ਲਾਈਆਂ ਨੇ, ਮੈਂ ਕਹਿੰਦਾ ਮਾਸ਼ਾਅੱਲਾ ਜੀ। ਮੈਂ ਕਹਿੰਦਾ ਰਾਣਾ ਸਾਹਿਬ ਤੁਸੀਂ ਆਉਂਦੇ ਹੋ, ਤੁਹਾਡੇ 'ਚ ਇਹ ਬੜੀ ਖੂਬੀ ਹੈ ਕਿ ਤੁਸੀਂ ਮੇਰੇ ਤੇ ਤਨਕੀਦ ਫਰਮਾਉਂਦੇ ਹੋ ਅੱਧੇ ਘੰਟੇ ਤੱਕ, ਲੇਕਿਨ ਤੁਸੀਂ ਇਤਨੇ ਨਾਜ਼ੁਕ ਮਿਜ਼ਾਜ ਹੋ ਕਿ ਅਗਰ ਮੈਂ ਜਵਾਬ ਵੀ ਦਿਆਂ ਤਾਂ ਤੁਸੀਂ ਮਹਿਸੂਸ ਕਰਦੇ ਹੋ ਕਿ ਉਹ ਤੁਹਾਡੇ ਤੇ ਹਮਲਾ ਹੋ ਜਾਏਗਾ। ਤੁਸੀਂ ਕਹਿੰਦੇ ਹੋ ਸਿਰਫ ਹੌਸ ਦਾ ਕੰਮ ਹੈ ਤਨਕੀਦ ਸੁਣੇ, ਉਹਦੇ ਖਿਲਾਫ ਕਿਸੇ ਬੰਦੇ ਦੇ ਖਿਲਾਫ मैं आपको समझाता हूँ ना, देखिए आप हैं ऊंचे दर्जे पे, ਤੁਹਾਡੇ ਖਿਲਾਫ ਨਹੀਂ ਕੋਈ ਵੀ ਗੱਲ ਕੀ ਜਾ ਸਕਦੀ। नहीं कर सकते हैं, बिल्कुल करें, कर सकते हैं। अच्छा, ਤੁਹਾਡੇ ਮੁਤਲਕ ਵੀ ਹੋ ਸਕਦੀ है, मेरे मुतल्लिक हो सकती है। अच्छा, पर आपका जो ਤਾਂ ਹੀ ਹੋਏਗੀ ਨਾ दर्जा है, जब सबसे ज्यादा आपका दर्जा बहुत ऊंचा है ना, इसलिए ये वजह। ਤੁਹਾਡੇ ਖਿਲਾਫ ਤਨਕੀਦ ਤਾਂ ਹੀ ਹੋਏਗੀ ਨਾ ਜਦੋਂ ਤੁਸੀਂ ਗੱਲ ਮੁਕੰਮਲ ਕਰ ਲਓਗੇ। जी जी, ਇਹ ਗੱਲ ਮੁਕੰਮਲ ਹੋਣ ਚ ਵੀ ਤਾਂ ਫਿਰ ਟਾਈਮ ਤੇ ਲੱਗ ਹੀ नहीं ਜਾਂਦਾ क्या पता मसला प्रॉब्लम क्या है। है। ये हॉट इस वक्त जो प्राइम टाइम होता है ना, इसमें अल्लामा अमर नज़ीर साहब और बम्बास्टिक साहब को लोग सुनना चाहते हैं, जरूर क्योंकि इसमें होता है मसाला। हाँ हाँ, मसाला ज्यादा होता है तो लोग मसाला सुनना चाहते राणा हैं। साहब, कल हमने एक असूल तय किया है कि दूसरी बराड पर कोई गालियां देता है, कोई दुआएं देता है, उसकी बात यहाँ आकर ना करें। ज़िया रसूल अपनी बराड पर क्या करता है, आजम सैफी अपनी बराड पर क्या करता है, मीर सलीम आकर अपनी बराड पर क्या कर रहा है, हमने कभी आके डिस्कस किया है? ये तो बहुत अच्छी बात है।
तो हमें भी नहीं सुनना ना किसी की बात कि भाई आपका फलाने बंदे को मुंह को कुत्ता लगा हुआ है वो गालियां देता है। भाई गालियां देता है, जाओ उसकी ब्राड पे जाके निपटो। यहाँ आपको बात करनी है तो वो पुराने किस्से वो दूसरी ब्राडों के यहाँ ना छेड़ो। एक दूसरा ये कि नीचे जो कोई कमेंट करता है मैं भी देखता हूँ, मैंने हुसैनी साहब को भेजा है कमेंट, वो देख लें। यहाँ पर नबी, हमारे महबूब नबी को गालियां दे रहे हैं आप लोग, लेकिन नहीं ना नीचे वाले कमेंट को ऊपर एड्रेस करें ना दूसरी ब्राड का यहाँ पे तज़किरा करें। अगर आप बात करना चाहते हैं, एक मिनट, रसूल पाक सल्लल्लाहु अलैहि वसल्लम को नबी इसमें कौन सी गलत बात मैंने कही है? नहीं किसी ने छोटी मोटी बात, और राणा साहब छाड़ दो, नाउज बिल्ला ना पढ़ो। मैं ये कह रहा हूँ कि छोटी मोटी बात हो ना, एक दो बंदा कोई बदतमीजी मेरे साथ करे, बद कलामी करे, लफ्ज में सह जाता हूँ कि चलो अभी समझ जाएगा, दूसरी बार समझेगा। लेकिन अगर बंदा को ये समझता है ना कि मैं यहाँ बैठ कर गालियां सुनूंगा, चाहिए, इन्होंने रहील को कंडेम कर दिया। देख लो ये बात, भाई मैं तो मलक कैसर को सबके सामने कहा है कि जब ये उससे बारात का ऐलान कर रहे हैं तो बिल्कुल ना इसका जवाब इसके काबर की शक्ल में देना। इससे बढ़कर और मैं क्या करूं आपकी खिदमत। ये हमारे मुबास्सिक साहब लेकिन बैठे अगर हैं, आप इनसे उसको बात करें। बतौर टूल के इस्तेमाल करेंगे तो लामहल्ला जो कोई मुसलमान जवाब देगा वो भी ऐसे ही जवाब देगा, आपके काबर कोई जवाब देगा। किसने किया और कैसे होता है? मैंने नहीं कहा कि किसने किया। आपने ये कहा कहता हूं कि कि अगर लोग- आप बतौर टूल जो काम हुआ ही नहीं है उसकी निशानदेही आप क्यों कर रहे हैं? जो बंदे मुझे गालियां देने वाले या मेरे करैक्टर असैसिनेशन करने वाले हैं, वो ये नहीं है कि सिर्फ ये रहील है। जिस तरह हुसैनी साहब ने कहा कि और भी कई लोग हैं, उनको सारा दिन बेचारों को यही काम धंधा है। आमर ने केड़ा केड़ा लफ्ज मुंह चुकड़िया। वो अगर आप लोग उन लोगों को बतौर टूल के इस्तेमाल करें, कोई भी हो, रहील हो, जैद हो, बकर हो, तो समझ आ जाती है, लोगों को पता चल जाता है कि इनको आप इस्तेमाल कर रहे हैं। तो लामहल्ला वो लोग आपको ऐसे ही जवाब देंगे। तो फिर मुझे भी गालियां निकालते हैं। आज के बाद मैं भी अकाबर हूँ, तो जो मुझे निकालेंगे TMZ उसको गालियां जो आपको गाली पहले निकालता है ना, ये मसला पहले हल हो गाली गया। निकालता है, पहले आखिर का कोई नहीं है, बस हो गया तो हो गया। बस MG साहब ने ना, उन्होंने अपना नाम अल्लामा साहब रख लिया। पता मुझे। हाँ, इस करके काफी मेरा ख्याल मामला बेहतर हो गया। और ना कोई बेहतर बुतर नहीं होता, अभी हर बंदे को अलामा होना चाहिए। और हैं हाँ जरूर जेड़े भी कहोगे असी उन्होंने वही कह देंगे। हाँ जी, अबू जहल ਨੂੰ अलामा कह करो आज तो बात। और यजीद ਨੂੰ ਜਦੋਂ ਵੀ ਨਾਂ ਲਓ ਉਹਨਾਂ ਦੇ ਨਾਂ ਦੇ ਨਾਲ ਅਲਾਮਾ ਲਾਇਆ ਕਰੋ। ਇਹ ਤੇ ਕਦੇ ਨਾ ਜਿਹੜੇ ਤੁਸੀਂ ਨਾਂ ਲਏ ਨੇ ਮੈਂ ਤੇ ਪਛਾਣਦਾ ਹੀ ਨਹੀਂ ਉਹਨਾਂ ਨੂੰ ਕਿਦੀ। तो मैं ਤੁਹਾਨੂੰ पहचान करा देंगे, किस दिन मैंने डिस्कशन करूं, मैं ਤੁਹਾਨੂੰ अच्छी तरह करा ठीक है, देंगा। ठीक मेरे है। मैं टीचर है, मैंने अच्छा एक्सप्लेन करना आंदा। ਬਹੁਤ ਅੱਛਾ, ਇਹ ਤੇ ਬਹੁਤ ਹੀ ਅੱਛਾ ਤੁਸੀਂ ਕੀਤਾ ਤੇ ਮੈਂ ਤੁਹਾਡੇ ਕੋਲ ਇਹ ਗੱਲ ਸਮਝ ਲਾਂਗਾ। ट्यूशन फ्री विदाउट एनी कंपनसेशन। ठीक है जी, मैं इस तरह ही करूँगा। ठीक है जजा साहब, अस्सलाम वालेकुम जी। वालेकुम सलाम वरहमतुल्लाह। कोई तो किस तरह ने ओ शुक्र अल्हम्दुलिल्लाह। तुसी सुनाओ हुसैन साहब ठीक हो? तो कह रहा मैं करम साहब की हो रहा है, की मसले बन गए ने? मसला ते बाजवा साहब समझा के गए कल तफसील दे नाल उन्होंने कोई तकरीबन 16 पॉइंट उन्होंने दिते। पहले उम्मुल मोमिनीन हज़रत आयशा दा कौल पेश किया, फिर इब्न अरबी दा, फिर मौलाना रूम दा, फिर शरानी, फिर अब्दुल करीम जिलानी, वली अल्लाह मुहद्दिस दिलवी, फिर कहने लगे और भी है, मैं दसना मुजद्दिद अल-अफसानी, नवाब सदीक हसन खान, अब्दुल लखनवी, मौदियात ते कबीर जड़ियां झूठियां हदीसां दा, कड़ियां हदीसां दी किताब, ਉਹਦੇ ਚੋਂ हदीस कुरान शरीफ विच दरूद शरीफ, इज़ा साला के बादी दी तफसीर, इदन सैमी साहब अगर मैं बात करूंगा फिर आपने कहना तनकीद हो गई। अब देखें ना आप कितना बाजवा साहब की बात को मतलब जो बयान कर रहे हैं वो मतलब हकायक से थोड़ा हट के। ऐसे आवन नजीर की गल करो तो साडी साहब कहते हैं कि जो बंदा इत्थे हाँ, मौजूद ये ही देखें ना कितनी ज्यादती वाली बात है। उस विच जाके दी गल ना करो, ये बड़ी बुरी गल है कि हालांकि उन्होंने जो किया ये बहुत एक्यूरेट कर रहे हैं उस चीज बातें को। बताइयां कल उन्होंने तो हवाले दे ये वन साइडेड आप कर रहे हैं। अब ये मैं देख जितने रहे ना लए ने, अगर ਇਹਦੇ ਚੋਂ ਇੱਕ भी गलत होवे बुला के पूछ लो तो लेकिन जो आपने बयान कर रहे हैं वो गलत बयान कर रहे हैं। ये गलत और सही की बात नहीं है। ये बात ये है कि जो बंदा नहीं मौजूद उसके मुतलक बात करना। अच्छा उन्होंने ये हवाले दिते ने, ये कहना उन्होंने
ਉਹਨਾਂ ਦੇ ਖਿਲਾਫ ਉਲਟ ਹੋ ਜਾਏਗੀ। उर्दू लेकिन बात जो कर आप लेते हैं। बात कर रहे हैं ना, जिस में जो बयान कर रहे हैं, ऐसे नहीं हुआ था। अराइवल पे वो ये टर्मिनल 2 पे क्या खादम हुसैन साहब ਨੂੰ सवारी चुक लो अपनी टर्मिनल 2 तो यार, बड़ी मेहरबानी। ਤੇ ਉਹ ਮਾਇਕ ਆਨ ਕਰਕੇ ਸਵਾਰੀ ਚੁੱਕਣੀ ਨੇ। ਉਹ ਗੱਲ ਇਹ ਹੈ ਵੀ ਇੱਥੇ ਵਾਲਾ ਸਵਾਦ ਵੀ ਹੁੰਦਾ ਹੈ, ਉੱਥੇ ਵਾਲਾ ਵੀ ਦੋਏ ਸਵਾਰੀ ਦਾ ਸਵਾਦ ਆਪਣਾ ਹੈ, ਤੇ ਇੱਥੇ ਜਿਹੜੀ ਗੁਫਤਾਰੀ ਦਾ ਸਵਾਦ। ਨਹੀਂ ਵੈਸੇ ਬਾਜਵਾ ਸਾਹਿਬ ਨੇ ਜਿਹੜੇ ਹਵਾਲੇ ਦਿੱਤੇ ਹਨ ਤਾਂ ਠੀਕ ਹਵਾਲੇ ਉਹਨਾਂ ਦੇ ਵਿੱਚੋਂ ਉਹਨਾਂ ਨੇ ਕਿਹੜਾ ਕੋਈ ਗੁਨਾਹ ਕੀਤਾ ਵੇ? ਬੜੇ ਨਹੀਂ, ਕੋਈ ਨਹੀਂ ਕੀਤਾ, ਬਿਲਕੁਲ ਨਹੀਂ ਕੀਤਾ, ਮੈਂ ਵੀ ਨਹੀਂ ਕਿਹਾ ਇਹ। ਮੈਂ ਤਾਂ ਨਾਰਾਜ਼ ਹੋ ਰਹੇ ਨਾ, ਰਾਣਾ ਸਾਹਿਬ ਨਾਰਾਜ਼ ਹੋਣ ਲੱਗ ਪਏ ਨੇ ਕਿ ਭਈ ਇਹ ਕਿਉਂ ਗੱਲ ਕਹਿ ਰਹੇ ਹੋ? ਤੇ ਉਹਨਾਂ ਨੇ ਤਾਂ ਬੜੀ ਅੱਛੀਆਂ ਚੀਜ਼ਾਂ ਦੱਸੀਆਂ। ਮੈਂ ਤੇ ਉਹਨਾਂ ਨੇ ਜਿਹੜੀਆਂ ਇਲਮੀ ਗੱਲਾਂ ਦੱਸੀਆਂ ਨੇ, ਇਹ ਤੇ ਸਿਰਾਤ ਮੁਸਤਕੀਮ ਦੀ ਤਫਸੀਰ ਉਹਨਾਂ ਬਿਆਨ ਕੀਤੀ, ਮਈਯੂ ਤੇ ਅੱਲਾ ਦੀ ਤਫਸੀਰ ਉਹਨਾਂ ਬਿਆਨ ਕੀਤੀ, ਇਨ ਅੱਲਾ ਦੀ ਨਾ ਕਾਲੂ ਰੱਬੁਨ ਅੱਲਾ ਦੀ ਤਫਸੀਰ ਉਹਨਾਂ ਬਿਆਨ ਕੀਤੀ, ਤੇ ਮੈਂ ਕੋਈ ਉਹਨਾਂ ਦੇ ਖਿਲਾਫ ਤੇ ਕੋਈ ਬੁਰੀ ਗੱਲ ਤੇ ਨਹੀਂ ਕਹਿ ਰਿਹਾ, ਪਤਾ ਨਹੀਂ। ਨਹੀਂ ਕੋਈ ਨਹੀਂ, ਅੱਛੇ ਸ਼ਾਹ ਵਲੀਉੱਲਾ ਮੁਹੱਦਿਸ ਦੇਲਵੀ ਰਹਿਮਤੁल्लाह ਨੇ ਉਹਨਾਂ ਨੇ ਵੀ ਉਹਨਾਂ ਦੀਆਂ ਕਿਤਾਬਾਂ ਦੇ ਵਿੱਚ ਜੋ ਕੁਝ ਲਿਖਿਆ ਉਹਨਾਂ ਦੇ ਹਵਾਲੇ ਨਾਲ ਜਾ ਸਕਦੇ ਨੇ। ਅਗਰ ਕੋਈ ਨਾ ਮੰਨੇ ਤੇ ਉਹਨਾਂ ਦੀ ਮਰਜ਼ੀ ਹੈ, ਲੇਕਿਨ ਹਵਾਲੇ ਦੇਣ ਕੋਈ ਨਹੀਂ। ਉਹਨਾਂ ਨੇ ਹਵਾਲੇ ਦਿੱਤੇ ਨੇ, ਉਹ ਕਹਿੰਦੇ ਹਲੇ ਹੋਰ ਵੀ ਹਵਾਲੇ ਨੇ। ਉਹ ਫਿਰ ਇਤਨਾ ਜ਼ਿਆਦਾ ਗੱਲਾਂ ਕਰਕੇ ਆਦਮੀ ਥੱਕ ਵੀ ਜਾਂਦਾ, ਫਿਰ ਥੋੜਾ ਜਿਹਾ ਆਰਾਮ ਵੀ ਕਰਨਾ ਹੁੰਦਾ। उन्होंने बात तफसीलन की है, ये बात ठीक है कि थोड़ा मुख्तर कर सकते हैं। ਇਹ ਕਰੈਕਟਰ ਦੀ ਗੱਲ ਹੋ ਰਹੀ ਸੀ ਕਿ ਕਰੈਕਟਰ ਦੇ ਉੱਤੇ ਗੱਲ ਕਰਦੇ ਨੇ ਵੀ ਆਮਰ ਨਜ਼ੀਰ ਸਾਹਿਬ ਦੇ ਕਰੈਕਟਰ ਦੇ ਉੱਤੇ ਗੱਲ ਹੁੰਦੀ ਹੈ, ਤਾਂ ਉਹ ਜੇ ਦੇਖਿਆ ਜਾਏ ਤੇ ਸਾਰਾ ਦਿਨ ਹੁੰਦੀਆਂ ਤੇ ਕਰੈਕਟਰ ਤੇ ਗੱਲਾਂ ਨੇ। ਇਹ ਮੌਲਵੀ ਸਾਹਿਬ ਉਲਮਾਏ ਕਰਾਮ ਜਿਹੜੇ ਨੇ ਉਹ ਵੀ ਆਂਦੇ ਨੇ ਕਿ ਤੁਸੀਂ ਕੋਈ ਇਲਮੀ ਗੱਲ ਨਹੀਂ ਕਰਨੀ, ਤੁਸੀਂ ਮਿਰਜ਼ਾ ਸਾਹਿਬ ਦਾ ਕਰੈਕਟਰ ਤੇ ਤੁਸੀਂ ਟਾਰਗੇਟ ਕਰਨਾ ਵੇ, ਤੁਸੀਂ ਉਹਨਾਂ ਦਾ ਉੱਥੇ ਜ਼ਰਬ ਲਾਓ। ਜੱਜਾ ਸਾਹਿਬ ਤੇ 4 ਬੰਦੇ ਹੋ, ਜਾਂ ਤਾਂ ਟਾਈਮ ਲਾ ਲਓ ਤੇ ਜਾਂ ਇੰਜ ਕਰੋ ਕਿ ਤਰਲਾ ਲਿਆ ਵੀ ਇੱਥੇ ਦੀ ਗੱਲ ਕਰੋ। ਮੌਲਵੀ ਸਪੀਕਰਾਂ ਦੇ ਕੀ ਪੇ ਕਰਦੇ ਨੇ, ਦੂਜੀਆਂ ਬਰਾਡਾਂ ਦੇ ਤੁਹਾਡੇ ਭਾਈ ਕੀ ਪੇ ਕਹਿੰਦੇ ਨੇ, ਉਹਨਾਂ ਨੂੰ ਉੱਥੇ ਹੀ ਰਹਿਣ ਦਿਓ। ਆਮਰ ਸਾਹਿਬ ਤੁਹਾਡੇ ਇੱਥੇ ਦੀ ਗੱਲ ਹੀ ਕਰਨ ਦੇ ਨਾ, ਇੱਥੇ ਕੀ ਹੋਈ? ਇੱਥੇ ਦੀ ਗੱਲ ਕਰੋ। ਇੱਥੇ ਕਿਹੜੀ ਕਰੈਕਟਰ ਤੇ ਗੱਲ ਹੋਈ ਹੁਣ ਤੱਕ? ਕਿਹਦਾ ਕਰੈਕਟਰ ਇੱਥੇ ਜਿਹੜਾ ਉਹਨੂੰ ਉਛਾਲਿਆ ਗਿਆ? ਤੁਸੀਂ ਕਹਿ ਰਹੇ ਹੋ ਕਿ ਮੇਰੇ ਕਰੈਕਟਰ ਦੇ ਉੱਤੇ ਲੋਕੀ ਬੜਾ ਜਿਹੜੇ ਗੱਲਾਂ ਕਰਦੇ ਤੇ ਦੁੱਖ ਹੁੰਦਾ ਤੁਹਾਨੂੰ, ਜ਼ਾਹਿਰ ਤਕਲੀਫ ਤੇ ਹੁੰਦੀ ਹੈ ਨਾ ਜਦੋਂ ਕਰੈਕਟਰ। ਨਹੀਂ ਉਹ ਤੇ ਗੱਲ ਹੋ ਗਈ ਨਾ, ਉਹ ਤੇ ਇੱਕ ਗੱਲ ਦਾ ਜਵਾਬ ਦਿੰਦਿਆਂ ਕੀਤੀ ਹੈ। ਮੈਂ ਕਹਿੰਦਾ ਹੁਣ ਕੋਈ ਨਹੀਂ, ਮੇਰਾ ਮਤਲਬ ਸਿਰਫ ਇੰਨਾ ਹੈ ਗੱਲ ਕਰਨ ਦਾ ਕਿ ਤਨਕੀਦ ਤੁਹਾਡੇ ਤੇ ਹੁੰਦੀ ਹੈ, ਤੁਸੀਂ ਤਕਲੀਫ ਮਹਿਸੂਸ ਕਰਦੇ ਹੋ, ਇਸੇ ਤਰ੍ਹਾਂ ਹੀ ਸਾਰੇ ਤੁਸੀਂ ਵੀ ਤਨਕੀਦ ਕਰਦੇ ਹੋ ਔਰ ਟਾਰਗੇਟ ਕਰਦੇ ਹੋ ਕਿਰਦਾਰ ਨੂੰ ਕਿ ਮਿਰਜ਼ਾ ਸਾਹਿਬ ਦਾ ਕਿਰਦਾਰ ਜਿਹੜਾ ਉਹ ਨਹੀਂ ਅੱਛਾ। ਉਹਦੇ ਉੱਤੇ ਕਈ ਗੱਲਾਂ ਤੁਸੀਂ ਬੜੀਆਂ ਲੰਮੀਆਂ ਚੌੜੇ ਲੈਕਚਰ ਵੀ ਦਿੰਦੇ ਹੋ, ਅੱਧੇ ਘੰਟੇ ਦੀ ਤਕਰੀਰ ਵੀ ਕਰਦੇ ਹੋ, ਤੇ ਇਸੇ ਤਰ੍ਹਾਂ ਤੁਹਾਡੇ ਤੇ ਹੁੰਦਾ, ਤੁਸੀਂ ਵੀ ਤਕਲੀਫ ਮਹਿਸੂਸ ਕਰਦੇ ਹੋ। ਤੇ ਹੁਣ ਰਹਿ ਤੇ ਇਹੋ ਹੀ ਗਿਆ ਕਿ ਬਸ ਮੈਂ ਤੇ ਤਕਲੀਫ ਨਹੀਂ। ਅਗਰ ਕੋਈ ਬੰਦਾ, ਜਿਸ ਤਰ੍ਹਾਂ ਮੈਂ ਸਵਾਲ ਕਰਨਾ ਨਾ, ਅਗਰ ਕੋਈ ਬੰਦਾ ਮੇਰੇ ਕਰੈਕਟਰ ਤੇ ਮੇਰੀ ਜ਼ਾਤ ਤੇ ਵੀ ਸਵਾਲ ਕਰੇ ਤੇ ਮੈਨੂੰ ਕਿਉਂ ਤਕਲੀਫ ਹੋਣੀ? ਲੇਕਿਨ ਉਹ ਜਿਸ ਤਰ੍ਹਾਂ ਕਿ ਹੁਸੈਨੀ ਸਾਹਿਬ ਦੱਸਦੇ ਨੇ ਵੀ ਉਹ ਤੇ ਪਤਾ ਲੱਗ ਜਾਂਦਾ ਵੀ ਇਹ ਸਵਾਲ ਕਰਨ ਆਇਆ ਜਾਂ ਇਹਦੇ ਨਾਲ ਇਹ ਧੱਕਾ ਕਰਨ ਆਇਆ। ਬਰਾੜ ਦੇ ਉੱਤੇ ਚੜ੍ਹਦੇ ਆਂ ਆਖੇ ਇਹਨੇ ਇਹ ਗੱਲ ਆਖੀ ਸੀ ਫਲਾਣੇ ਬੰਦੇ ਦੇ ਜਵਾਬ ਚ ਉਹ ਪਿਆਂਦੇ ਨਹੀਂ ਇਹ ਗੱਲ ਇੰਜ ਨਹੀਂ, ਮੈਂ ਸੁਣੀ ਹੈ ਵੀਡੀਓ, ਨਹੀਂ ਇਹਨੇ ਇਹ ਹੀ ਆਖੀ ਹੈ। ਇਹ ਸਵਾਲ ਹੈ, ਇਹ ਸਵਾਲ ਤੇ ਨਹੀਂ ਕਰਨਾ, ਉਹ ਤਾਂ ਧੱਕਾ ਕਰਨਾ ਹੈ ਨਾ। ਔਰ ਹੀਲ ਸਾਹਿਬ ਜਿਹੜੇ ਨੇ ਉਹ ਕਰ ਰਹੇ, ਉਹਨਾਂ ਨੂੰ ਪਤਾ ਨਹੀਂ ਕੀ ਹੋਇਆ, ਤੂੰ ਤੇ ਆਂਦੇ ਮੈਂ ਇਹਨਾਂ ਨੂੰ ਇਹੋ ਹੀ ਗੱਲ ਹੈ। ਮੈਂ ਇੱਕ ਵੈਸੇ ਇੱਕ ਤਰੀਕਾ ਦੱਸਾਂ ਗੱਲ। जज साहब तुसी गल करनी है ते यार रहील साहब वो एक लांती आदमी है। रहील साहब हर किसी के साहब लगा देते हो तुम। नहीं ते ਅਸੀਂ ਤੇ ਅਲਾਮਾ ਸਾਹਿਬ ਵੀ ਆਖਦੇ ਨੇ, ਅਸੀਂ ਬੰਬਾਸਟਿਕ ਸਾਹਿਬ ਵੀ ਆਖਦੇ ਨੇ ਤੇ ਸਾਹਿਬ नहीं यार मैं तो सूर क्या कर ਹੈ ਨਹੀਂ ਐਵੇਂ ਇਸ ਤਰ੍ਹਾਂ ਦੀ ਗੱਲ ਜਦੋਂ ਹੁੰਦੀ ਹੈ ਫਿਰ ਬੰਬਾਰੀ ਹੁੰਦੀ ਜੇ। ਹਾਂ तुमने मुझे उसके साथ जो मिला दिया कि ऐसे कह रहे हैं बास्टिक साहब भी कहने हैं, वो एक स्टूपिड पागल साइको बंदा है रहील। पहले दिन से मैंने उसको पहचाना है। कोई उसको मुसलमान बना रहा है, कोई उसको अहमदी बना रहा है, उसकी कोई स्टैंडिंग ही कोई नहीं है। कड़ेहाल है। जो हुसैनी साहब है उन्होंने भी कहा कि ये कड़ेहाल है, इधर उधर पेंडुलम की तरह फुड़कता फिर रहा है। चलो जिम्मे लगी है, लेकिन अच्छी गल यही है कि किसी को साहब ही आखो तो अच्छा ही है। चलो कहो फिर अगर आंदे हो तो नहीं कहने डक दे। नहीं मैं की आंदा जो तुसी आंदे हो ही ठीक है। ਬੰਬਾਸਟਿਕ ਸਾਹਿਬ ਬੜੇ ਪਿਆਰੇ ਨੇ ਆਂਦੇ ਤੱਕ ਰਿਹਾ ਤੇ ਇਹਦੇ ਅੱਗੇ ਅਗਰ ਛੋਟੀ ਇਹ ਲਾ ਦਈਏ ਫਿਰ ਕੋਈ ਹੋਰ ਵੀ ਬਣ ਜਾਂਦੀ ਹੈ ਗੱਲ। ਯਾਰ ਕੋਟੀਆਂ ਨੇ ਸਾਡੀ ਜਿਹੜੀ ਹੈ ਨਾ ਆਂਦੇ ਤੇ ਇਹ ਲਾ ਦਈਏ ਤਾਂ ਕੀ ਬਣਦਾ? ਉਹ ਫਿਰ ਆਂਦੀ ਹੋ ਜਾਂਦੀ ਹੈ ਨਾ। ਅੱਛਾ ਆਂਦੀ ਆ ਜਾਂਦੀ ਸਿੱਧਾ ਗਾਲ ਬਣਦੀ ਏ ਆਪਣਾ ਪੰਜਾਬੀ ਦੀ। ਯਾਰ ਬਣ ਜਾਂਦਾ ਫਿਰ
ਹੁਣ ਉਹ ਕੋਈ ਨਾ ਉਹ ਕੋਈ ਮਾਲਕ ਤੇ ਨੌਕਰ ਸਨ ਨਾ, ਤੇ ਮਾਲਕ ਦਾ ਨਾਂ ਸੀ ਫਖਰ, ਤੇ ਜਿਹੜਾ ਦੂਸਰਾ ਨੌਕਰ ਸੀ ਉਹਦਾ ਨਾਂ ਸੀ ਲੱਦਾ। ਉਹਨੇ ਆਖਿਆ ਉਹ ਲੱਦਿਆ ਆ ਤੇਰੀ ਲਾਮ ਲਾ ਕੇ ਤੇ ਇੱਥੇ ਗਾਵ ਲਾ ਦਈਏ ਤੇ ਕੀ ਬਣਦਾ ਹੈ? ਉਹਨੇ ਆਖਿਆ ਉਹੀ ਬਣਦਾ ਵੇ ਜੋ ਤੁਹਾਡੀ ਫੇ ਲਾ ਕੇ ਤੇ ਖੇ ਲਾ ਦਈਏ। ਉਹਦਾ ਕੀ ਨਾਮ ਹੈ? अभी 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 एक टिकटॉक पे वो चल रहा है क्लिप, वो एक छोटा सा घोड़ा होता है कोई 6 इंच का। ਉਹਨੇ ਆਖਿਆ ਤੁਹਾਡੀ ਫੇ ਲਾ ਦਈਏ ਤੇ ਬਾਕੀ ਕੀ ਬਚਣਾ ਖਰ। अच्छा ਤੇ ਮੇਰੇ ਪਿੱਛੇ ਤੁਸੀਂ ਗਾਵ ਲਾ ਦਿਓਗੇ ਤੇ ਗੱਦਾ ਬਣ ਜਾਏਗਾ ਤੇ ਖਰ ਤੇ ਗੱਦਾ ਇੱਕੋ ਗੱਲ। वो एक क्लिप चल रहा है यहाँ पे टिकटॉक पे ही। वो एक बंदा लेके आता है कि घोड़ा, छोटा सा घोड़ा होता है कोई 6-7 इंच का, निक्का जिन्ना घोड़ा, घोड़े का बच्चा। तो बंदा उन्हें पूछता तू एडा छोटा घोड़ा किथों लैके आए हैं? कहता जंगली च एक पीर बैठा है, ਉਹਦੇ ਕੋਲੋਂ मैं दुआ कराई तो उन्हें मैंने घोड़ा दिता। ਤੇ ਕਹਿੰਦਾ ਅੱਛਾ ਮੈਂ ਵੀ ਜਾਣਾ, ਮੈਂ ਵੀ ਕੁਝ ਮੰਗਣਾ। ਉਹ ਕਹਿੰਦਾ ਧਿਆਨ ਨਾਲ ਜਾਈ, ਜਿਹੜਾ ਪੀਰ ਹੈ ਨਾ ਉੱਚੀ ਗੱਲ ਸੁਣਦਾ, ਉਹ ਡੋਰਾ, ਉਹ ਥੋੜੀ ਜਿਹੀ ਉੱਚੀ ਬੋਲੀ। ਉਹਨੂੰ ਜਾ ਕੇ ਕਹਿੰਦਾ कि अपना पीर साहब आप दुआ करें कि मुझे ना आप वो हीरों की एक बोरी दे दे, हीरों की। ਉਹ ਜਿਹੜਾ ਪੀਰ ਉਹਨੂੰ ਖੀਰਿਆਂ ਦੀ ਭਰੀ ਨਾ ਇੱਕ ਦੇ ਦਿੰਦਾ ਟੋਕਰੀ। ਕਹਿੰਦਾ ਲੈ, ਕਹਿੰਦਾ ਮੈਂ ਹੀਰੇ ਮੰਗੇ ਨੇ ਖੀਰੇ। ਉੱਥੇ ਵਾਪਸ ਜਾਂਦਾ, ਕਹਿੰਦਾ ਮੈਂ ਹੀਰੇ ਮੰਗੇ ਸਨ, ਪੀਰ ਨੇ ਖੀਰੇ ਮੈਂ ਦੇ ਦਿੱਤੇ ਨੇ। ਕਹਿੰਦਾ ਉਹ ਤੈਨੂੰ ਮੈਂ ਕਿਹਾ ਨਹੀਂ ਉੱਚਾ ਸੁਣਦਾ, ਤੇਰੇ ਖਿਆਲ ਚ ਮੈਂ ਉਹਦੇ ਕੋਲੋਂ ਘੋੜਾ ਮੰਗਿਆ ਸੀ ਕੋਈ 6 ਇੰਚ ਦਾ। ਕਹਿੰਦਾ ਤੈਨੂੰ ਮੈਂ ਕਿਹਾ ਸੀ ਕਿ ਮੈਂ ਕੋਈ ਜਿਹੜਾ ਉਹਨੇ ਮੈਨੂੰ ਘੋੜਾ ਦੇ ਦਿੱਤਾ 6 ਇੰਚ ਦਾ, ਮੈਂ ਉਹਨੂੰ ਕੋਈ 12 ਇੰਚ ਦਾ ਕੋਈ ਘੋੜਾ ਮੰਗਿਆ ਸੀ। तो बस फिर यही है। बेशक हुसैनी साहब